ਭਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ। ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੇਤ। ਜਿਤ ਦਿਨ ਦੇ ਬਿਨਸੀ, ਤਿਤ ਵੇਲੇ ਕੈਸਨ ਪ੍ਰੇਤ। ਪਕੜ ਚਲਾਇਨ ਦੂਤ ਜਾਮੋ, ਕਿਸੈ ਨ ਦੇਨੀ ਭੇਤ। ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਹੱਥ ਮਰੋੜੈ ਤਨ ਕੰਪੇ, ਸਿਆਹੋਂ ਹੋਵਾ ਸੇਤ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਨਾਨਕ ਪ੍ਰਭ ਸ਼ਰਣਾਗਤੀ, ਚਰਨ ਬੋਹਿਥ ਪ੍ਰਭ ਦੇਤ। ਸੇ ਭਾਦੋਏ ਨਰਕ ਨ ਪਾਈਐ, ਗੁਰ ਰੱਖਣ ਵਾਲਾ ਹੇਤ। ਨਾਨਕ ਪ੍ਰਭ ਸ਼ਰਣਾਗਤੀ, ਚਰਨ ਬੋਹਿਥ ਪ੍ਰਭ ਦੇਤ। ਸੇ ਭਾਦੋਏ ਨਰਕ ਨ ਪਾਈਐ, ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੀ ਮੁਬਾਰਕ ਹਜ਼ੂਰੀ ਦੇ ਅੰਦਰ ਸ਼ੋਭਾਇਮਾਨ ਅਤੀ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦੇ ਸਦਕਾ ਅਸੀਂ ਸਾਰੇ ਹੀ ਸਤਿਗੁਰੂ ਜੀ ਦੇ ਇਸ ਪਾਵਨ ਦਰਬਾਰ ਅੰਦਰ ਅੰਮ੍ਰਿਤ ਵੇਲੇ ਦੇ ਇਹਨਾਂ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਹੁਣ ਕੁਝ ਕੁ ਸਮਾਂ ਪ੍ਰਾਪਤ ਹੋਇਆ ਹੈ ਆਪ ਜੀ ਦੇ ਨਾਲ ਸਤਿਗੁਰੂ ਜੀ ਦੀ ਬਾਣੀ ਦੇ ਵਿਚਾਰ ਸਾਂਝੇ ਕਰਨ ਦਾ। ਅੱਜ ਦੀ ਜਿਹੜੀ ਪਾਵਨ ਪੌੜੀ ਮੈਂ ਮੰਗਲ ਦੇ ਰੂਪ ਦੇ ਵਿੱਚ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ, ਇਹ ਪਾਵਨ ਪੌੜੀ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੈ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ 12 ਮਾਹਾਂ ਦੇ ਅੰਦਰ 7 ਨੰਬਰ ਪੌੜੀ ਦੇ ਸਿਰਲੇਖ ਅਧੀਨ ਦਰਜ ਹੈ। ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਪੜ੍ਹੀਏ
ਤਾਂ ਸਤਿਗੁਰੂ ਜੀ ਦੀ ਬਾਣੀ ਅੰਦਰ 12 ਮਾਹਾਂ ਦਾ ਜ਼ਿਕਰ ਸਾਨੂੰ ਮਿਲਦਾ ਹੈ। ਪਹਿਲਾ 12 ਮਾਹਾਂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਰਾਗ ਮਾਝ ਦੇ ਅੰਦਰ, ਅਤੇ ਦੂਜਾ 12 ਮਾਹਾਂ ਰਾਗ ਤੁਖਾਰੀ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਰਜ ਕੀਤਾ ਹੋਇਆ ਹੈ। 12 ਮਾਹਾਂ ਦਾ ਮਤਲਬ ਹੁੰਦਾ ਹੈ 12 ਮਹੀਨੇ। ਤੇ ਭਾਰਤੀ ਸਭਿਅਤਾ ਦਾ ਇਹ ਬੜਾ ਪੁਰਾਣਾ ਅੰਸ਼ ਰਿਹਾ ਹੈ ਕਿ 12 ਮਾਹ ਲਿਖਣ ਦੀ ਜਿਹੜੀ ਕਵਾਇਦ ਹੈ ਇਹ ਬਹੁਤ ਲੰਬੇ ਸਮੇਂ ਤੋਂ, ਬਹੁਤ ਚਿਰ ਪਹਿਲਾਂ ਤੋਂ ਚੱਲਦੀ ਆ ਰਹੀ ਸੀ, ਜਿਸ ਨੂੰ ਮਨੁੱਖਾ ਜੀਵਨ ਦੇ ਉਪਦੇਸ਼ ਦੇ ਨਾਲ ਮਿਲ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਦੇ ਅੰਦਰ ਕਲਮਬੰਦ ਕੀਤਾ ਹੈ। 12 ਮਹੀਨਿਆਂ ਦੇ ਵੱਖ-ਵੱਖ ਉਪਦੇਸ਼ 12 ਮਹੀਨਿਆਂ ਤੋਂ ਇਕੱਤਰ ਹੋਈ ਬਾਣੀ ਸਿੱਖਿਆ ਸਤਿਗੁਰੂ ਇਹਨਾਂ 12 ਮਹੀਨਿਆਂ ਦੇ ਰਾਹੀਂ ਜੋ ਕੁਝ ਮਨੁੱਖਾ ਜੀਵਨ ਦੇ ਵਿੱਚ ਬਾਹਰੀ ਤੌਰ 'ਤੇ ਵਾਪਰਦਾ ਹੈ ਉਹਦੇ ਬਾਰੇ ਗੁਰਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ। ਅੱਜ ਦੇ ਇਸ ਪਾਵਨ ਮੁਬਾਰਕ ਸ਼ਬਦ ਅੰਦਰ ਗੁਰਦੇਵ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਭਾਦੋਏ ਭਰਮ ਭੁਲਾਣੀਆਂ। ਭਾਦੋਂ ਦੇ ਇਸ ਮਹੀਨੇ ਦਾ ਆਧਾਰ ਬਣਾ ਕੇ ਮਹਾਰਾਜ ਕਹਿੰਦੇ ਨੇ, ਭਾਦੋਂ ਦੇ ਮਹੀਨੇ ਵਿੱਚ ਜੀਵ ਇਸਤਰੀ ਭੁੱਲੀ ਹੋਈ ਹੈ, ਭਟਕੀ ਹੋਈ ਹੈ, ਰਾਹ ਤੋਂ ਖੁੰਝੀ ਹੋਈ ਹੈ, ਰਾਹ ਤੋਂ ਭਟਕ ਕੇ ਤੇ ਦੂਜੇ ਬੰਨੇ ਗਈ ਹੋਈ ਹੈ। ਵੈਸੇ ਜਦੋਂ ਬਾਹਰੀ ਤੌਰ 'ਤੇ ਸਾਉਣ ਤੇ ਭਾਦੋਂ 2 ਮਹੀਨੇ ਆਉਂਦੇ ਨੇ ਤੇ ਇਹਨਾਂ ਦੋਵਾਂ ਮਹੀਨਿਆਂ ਦੇ ਵਿੱਚ ਬਾਹਰੀ ਤੌਰ 'ਤੇ ਜਿਹੜਾ ਮੌਸਮ ਹੈ ਇਹਦੇ ਵਿੱਚ ਤਬਦੀਲੀ ਆਉਂਦੀ ਹੈ, ਕਿਉਂਕਿ ਜੇਠ ਤੇ ਹਾੜ ਇਹ 2 ਮਹੀਨੇ ਗਰਮੀ ਦੇ ਹੁੰਦੇ ਨੇ ਤੇ ਸਾਉਣ ਤੇ ਭਾਦੋਂ ਜਿਹੜੇ 2 ਮਹੀਨੇ ਪੰਜਾਬ ਦੀ ਧਰਤੀ 'ਤੇ ਨੇ ਇਹਨੂੰ ਚਮਾਸਿਆਂ ਦੇ ਮਹੀਨੇ ਵੀ ਕਿਹਾ ਜਾਂਦਾ ਹੈ, ਜਿਹਦੇ ਵਿੱਚ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ, ਧੁੱਪ ਘੱਟ ਲੱਗਦੀ ਹੈ, ਪਰ ਗਰਮੀ ਦਾ ਪ੍ਰਭਾਵ ਇਹਨਾਂ ਮਹੀਨਿਆਂ ਦੇ ਵਿੱਚ ਵੱਧ ਜਾਂਦਾ ਹੈ। ਗੁਰਦੇਵ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਇਹਨਾਂ ਮਹੀਨਿਆਂ ਦੀ ਗੱਲ ਕਰਦੇ ਨੇ ਤੇ ਮਹਾਰਾਜ ਕਹਿੰਦੇ ਨੇ, ਭਾਦੋਏ ਭਰਮ ਭੁਲਾਣੀਆਂ। ਭਾਦੋਂ ਦੇ ਮਹੀਨੇ ਵਿੱਚ ਜੀਵ ਇਸਤਰੀਆਂ ਭਰਮ ਦੇ ਵਿੱਚ ਭੁੱਲੀਆਂ ਹੋਈਆਂ ਨੇ। ਭਾਦੋਂ ਦੇ ਮਹੀਨੇ ਵਿੱਚ ਜੀਵ ਇਸਤਰੀ ਭਰਮ ਦੇ ਵਿੱਚ ਗਵਾਚੀ ਹੋਈ ਹੈ। ਹੁਣ ਇੱਥੇ ਜੀਵ ਇਸਤਰੀ ਕੌਣ ਹੈ? ਜੀਵ ਇਸਤਰੀ ਹੈ ਮਨੁੱਖ। ਸਤਿਗੁਰੂ ਕਹਿੰਦੇ ਨੇ ਮਨੁੱਖ ਅਕਾਲ ਪੁਰਖ ਨਾਲੋਂ ਟੁੱਟਿਆ ਹੋਇਆ ਹੈ। ਜਿਵੇਂ ਸੰਸਾਰੀ ਤੌਰ 'ਤੇ ਆਨੰਦ ਕਾਰਜ ਹੁੰਦਾ ਹੈ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਤੂੰ ਵੀ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਜੁੜਨਾ ਹੈ। ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਜੁੜਨ ਤੋਂ ਬਾਅਦ ਜਦੋਂ ਤੇਰੇ ਜੀਵਨ ਦੇ ਵਿੱਚ ਉਹ ਅਵਸਥਾ ਪੈਦਾ ਹੋਏਗੀ, ਜਦੋਂ ਤੇਰੇ ਜੀਵਨ ਦੇ ਵਿੱਚ ਤੈਨੂੰ ਸੁੱਖ ਪ੍ਰਾਪਤ ਹੋਏਗਾ, ਜਦੋਂ ਤੇਰੇ ਜੀਵਨ ਦੇ ਵਿੱਚ ਤੂੰ ਆਨੰਦ ਦੀ ਅਵਸਥਾ ਦੇ ਵਿੱਚ ਜਾਏਗਾ, ਤੇ ਸਤਿਗੁਰੂ ਕਹਿੰਦੇ ਨੇ ਇਹੋ ਹੀ ਤੇਰੇ ਜੀਵਨ ਦਾ ਮਕਸਦ ਹੈ। ਕਿਉਂਕਿ ਬਾਣੀ ਨੇ ਬਹੁਤ ਥਾਵਾਂ 'ਤੇ ਮਨੁੱਖ ਨੂੰ ਜੀਵ ਇਸਤਰੀ ਦੇ ਰੂਪ ਦੇ ਵਿੱਚ ਬਿਆਨ ਕੀਤਾ ਹੈ। ਸਤਿਗੁਰੂ ਕਹਿੰਦੇ ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਤੇ ਜਦੋਂ 12 ਮਾਹ ਦੀ ਬਾਣੀ ਦਾ ਆਧਾਰ ਮਹਾਰਾਜ ਨੇ ਤਿਆਰ ਕੀਤਾ ਹੈ, ਉਸ ਆਧਾਰ ਦੇ ਵਿੱਚ ਸਤਿਗੁਰੂ ਨੇ ਬੰਦੇ ਨੂੰ ਜੀਵ ਇਸਤਰੀ ਦੇ ਰੂਪ ਦੇ ਵਿੱਚ ਬਿਆਨ ਕੀਤਾ ਹੈ ਕਿ ਜਿਹੜੀ ਜੀਵ ਇਸਤਰੀ ਹੈ
ਇਹ ਆਪਣੇ ਪਤੀ ਪਰਮੇਸ਼ਰ ਦੇ ਨਾਲੋਂ, ਅਕਾਲ ਪੁਰਖ ਦੇ ਨਾਲੋਂ ਟੁੱਟੀ ਹੋਈ ਹੈ। ਅਸੀਂ ਜਿਹੜੀਆਂ ਜੀਵ ਇਸਤਰੀਆਂ ਬੈਠੀਆਂ ਹਾਂ, ਇਹ ਉਸ ਵਾਹਿਗੁਰੂ ਅਕਾਲ ਪੁਰਖ ਨਾਲੋਂ ਟੁੱਟੀਆਂ ਹੋਈਆਂ ਨੇ। ਹੁਣ ਇਸ ਵਾਹਿਗੁਰੂ ਅਕਾਲ ਪੁਰਖ ਨਾਲ ਜੁੜਿਆ ਕਿੱਦਾਂ ਜਾਏ, ਇਹਦੇ ਨਾਲ ਸੰਬੰਧ ਕਿੱਦਾਂ ਜੋੜਿਆ ਜਾਏ, ਇਹਦੇ ਨਾਲ ਨਾਤਾ ਕਿੱਦਾਂ ਕਾਇਮ ਕੀਤਾ ਜਾਏ। ਇਹ ਜੀਵ ਇਸਤਰੀ ਹੁਣ ਪਰਮਾਤਮਾ ਨਾਲ ਕਿਸ ਤਰੀਕੇ ਨਾਲ ਜੁੜੇ। ਅੱਜ ਦੇ ਇਸ ਪਾਵਨ ਪਾਠ ਦੇ ਅੰਦਰ ਸਤਿਗੁਰੂ ਸਾਨੂੰ ਇਹੋ ਹੀ ਸਮਝਾਉਣ ਦਾ ਯਤਨ ਕਰਦੇ ਨੇ। ਮਹਾਰਾਜ ਕਹਿੰਦੇ ਭਾਦੋਏ ਭਰਮ ਭੁਲਾਣੀਆਂ। ਭਰਮ ਦਾ ਮਤਲਬ ਹੁੰਦਾ ਹੈ ਜਿਹੜੀ ਚੀਜ਼ ਅਸਲੀਅਤ ਨਾ ਹੋਵੇ ਪਰ ਬੰਦਾ ਉਸ ਚੀਜ਼ ਨੂੰ ਮੰਨ ਕੇ ਬੈਠ ਜਾਵੇ। ਅਸਲੀਅਤ ਜਿਹੜੀ ਚੀਜ਼ ਦੇ ਵਿੱਚ ਨਾ ਹੋਵੇ ਪਰ ਬੰਦਾ ਉਸ ਚੀਜ਼ ਨੂੰ ਮੰਨ ਕੇ ਬੈਠ ਜਾਏ, ਉਸ ਨੂੰ ਕਹਿੰਦੇ ਨੇ ਭਰਮ। ਸਤਿਗੁਰੂ ਕਹਿੰਦੇ ਦੁਨੀਆ ਭਰਮ ਦੇ ਵਿੱਚ ਭੁੱਲੀ ਹੋਈ ਹੈ, ਜੀਵ ਇਸਤਰੀਆਂ ਭਰਮ ਦੇ ਵਿੱਚ ਭੁੱਲੀਆਂ ਹੋਈਆਂ ਨੇ ਤੇ ਭਰਮ ਦੇ ਵਿੱਚ ਹੀ ਭੁੱਲਣ ਕਰਕੇ ਆਪਣੇ ਪਤੀ ਨੂੰ ਵਿਸਾਰ ਬੈਠੀਆਂ। ਪਤੀ ਕੌਣ ਹੈ? ਵਾਹਿਗੁਰੂ ਅਕਾਲ ਪੁਰਖ। ਜੀਵ ਇਸਤਰੀਆਂ ਕੌਣ ਨੇ? ਅਸੀਂ ਸਾਰੇ, ਜਿੰਨੇ ਅਸੀਂ ਧਰਤੀ 'ਤੇ ਮਨੁੱਖ ਹਾਂ। ਅਸੀਂ ਭਰਮ ਦੇ ਵਿੱਚ ਪੈ ਕੇ, ਭਰਮ ਦੇ ਵਿੱਚ ਭੁੱਲ ਕੇ ਉਸ ਵਾਹਿਗੁਰੂ ਨੂੰ ਵਿਸਾਰ ਬੈਠੇ। ਉਹਨੂੰ ਅਸੀਂ ਆਪਣੇ ਜੀਵਨ ਦੇ ਵਿੱਚੋਂ ਬਾਹਰ ਕਰ ਦਿੱਤਾ। ਹੁਣ ਜਦੋਂ ਅਸੀਂ ਆਲੇ ਦੁਆਲੇ ਸੰਸਾਰ ਦੇ ਵਿੱਚ ਝਾਤੀ ਮਾਰੀਏ, ਕਿੰਨੇ ਐਸੇ ਲੋਕ ਨੇ ਜਿਹੜੇ ਅੱਜ ਵੀ ਭਰਮਾਂ ਦੇ ਵਿੱਚ ਗਵਾਚੇ ਪਏ ਨੇ। ਵੈਸੇ ਭਰਮ ਦੀ ਇੱਕ ਉਦਾਹਰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ ਵਰਤੀ ਹੈ। ਸਤਿਗੁਰੂ ਕਹਿੰਦੇ ਜਦੋਂ ਹਨੇਰਾ ਹੋਵੇ ਨਾ ਬਾਹਰੀ ਤੌਰ 'ਤੇ, ਤੇ ਹਨੇਰੇ ਵਿੱਚ ਪਈ ਹੋਈ ਰੱਸੀ ਵੀ ਸੱਪ ਦਾ ਭੁਲੇਖਾ ਪਾਉਂਦੀ ਹੈ। ਭਰਮ ਹੀ ਹੈ ਨਾ, ਸੱਪ ਹੈ ਨਹੀਂ ਸੀ ਪਰ ਹਨੇਰੇ ਵਿੱਚ ਪਈ ਹੋਈ ਰੱਸੀ ਨੇ ਕਾਹਦਾ ਭੁਲੇਖਾ ਪਾਇਆ ਬੰਦੇ ਨੂੰ? ਸੱਪ ਦਾ ਭੁਲੇਖਾ ਪਾਇਆ। ਸਤਿਗੁਰੂ ਕਹਿੰਦੇ ਨੇ ਇਸੇ ਤਰੀਕੇ ਨਾਲ ਸੰਸਾਰ ਭਰਮ ਵਿੱਚ ਭੁੱਲਿਆ ਹੋਇਆ ਹੈ, ਅਸਲੀਅਤ ਤੋਂ ਖੁੰਝ ਚੁੱਕਾ ਹੈ, ਅਸਲੀਅਤ ਤੋਂ ਟੁੱਟ ਚੁੱਕਾ ਹੈ, ਅਸਲੀਅਤ ਤੋਂ ਟੁੱਟ ਕੇ ਵੱਖ-ਵੱਖ ਥਾਵਾਂ 'ਤੇ ਜੁੜਦਾ ਫਿਰਦਾ ਹੈ। ਅੱਜ ਇਹੋ ਹੀ ਸੰਸਾਰ ਦੀ ਹਾਲਤ ਹੈ ਨਾ। ਇੱਕ ਅਕਾਲ ਪੁਰਖ ਨੂੰ ਛੱਡ ਕੇ ਅੱਜ ਕਿੰਨੀਆਂ ਜੀਵ ਇਸਤਰੀਆਂ ਭੁੱਲੀਆਂ ਫਿਰਦੀਆਂ ਨੇ, ਕਿੰਨੀਆਂ ਜੀਵ ਇਸਤਰੀਆਂ ਭੜਕਦੀਆਂ ਫਿਰਦੀਆਂ ਨੇ। ਅੱਜ ਪੰਜਾਬ ਦੀ ਧਰਤੀ ਉਹ ਧਰਤੀ ਹੈ ਜਿੱਥੇ ਲੋਕ ਅੱਜ ਵੀ ਕਬਰਾਂ ਦੀ ਪੂਜਾ ਕਰਦੇ ਨੇ। ਭਰਮ ਦੇ ਵਿੱਚ ਭੁੱਲੇ ਹੋਏ ਲੋਕ ਹੀ ਨੇ ਨਾ, ਭਰਮ ਦੇ ਵਿੱਚ ਗਵਾਚੇ ਹੋਏ ਲੋਕ ਹੀ ਨੇ ਨਾ। ਭਰਮ ਦੇ ਵਿੱਚ ਜੀਵ ਇਸਤਰੀਆਂ ਭੁੱਲੀਆਂ ਹੋਈਆਂ ਹੀ ਨੇ, ਤਾਂ ਹੀ ਇਹ ਅਕਾਲ ਪੁਰਖ ਤੋਂ ਟੁੱਟਣ ਤੱਕ ਨੌਬਤ ਆ ਗਈ। ਜਦੋਂ 12 ਮਾਹ ਬਾਣੀ ਦਾ ਆਰੰਭ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ, ਸਤਿਗੁਰੂ ਦੇ ਆਰੰਭ ਵਿੱਚ ਇੱਕ ਬੇਨਤੀ ਸਾਡੇ ਸਾਹਮਣੇ ਕਰਦੇ ਨੇ, ਜਿਹੜੀ ਪਹਿਲੀ ਪੌੜੀ ਹੈ। ਪਹਿਲੀ ਪੌੜੀ ਦਾ ਪਾਠ ਪੜ੍ਹਿਓ। ਮਹਾਰਾਜ ਕਹਿੰਦੇ ਨੇ ਕਿਰਤ ਕਰਮ ਕੇ ਵਿਛੋੜੇ। ਇਹ ਜੀਵ ਇਸਤਰੀਆਂ, ਇਹ ਬੰਦੇ ਆਪਣੀ ਕਿਰਤ ਦੇ ਕੰਮਾਂ ਕਰਕੇ ਰੱਬ ਤੋਂ ਵਿਛੜੇ ਹੋਏ ਨੇ। ਅੱਛਾ, ਇੱਕ ਚੀਜ਼ ਨੂੰ ਇੱਥੇ ਧਿਆਨ ਵਿੱਚ ਰੱਖਿਓ, ਕਦੀ ਵੀ ਰੱਬ ਬੰਦੇ ਨਾਲੋਂ ਆਪਣਾ ਨਾਤਾ ਨਹੀਂ ਤੋੜਦਾ। ਜਦੋਂ ਵੀ ਟੁੱਟਦਾ ਬੰਦਾ ਰੱਬ ਨਾਲੋਂ ਟੁੱਟਦਾ ਹੈ। ਜਦੋਂ ਵੀ ਟੁੱਟਦਾ ਬੰਦਾ ਰੱਬ ਨਾਲੋਂ ਟੁੱਟਦਾ ਹੈ। ਅਤੇ ਟੁੱਟਦਾ ਕਿਹਨਾਂ ਕਰਕੇ ਹੈ? ਆਪਣੇ ਮਾੜੇ ਕਰਮਾਂ ਕਰਕੇ। ਜਪਜੀ ਸਾਹਿਬ ਦੀ ਬਾਣੀ ਦਾ ਪਾਠ ਤੁਸੀਂ ਰੋਜ਼ ਕਰਦੇ ਹੋ। ਮਹਾਰਾਜ ਕਹਿੰਦੇ ਨੇ ਕਰਮੀ ਆਪੋ ਆਪਣੀ, ਆਪੋ ਆਪਣੇ ਕਰਮਾਂ ਦੇ ਨਾਲ, ਕੈ ਨੇੜੇ ਕੈ ਦੂਰ। ਕੋਈ ਰੱਬ ਦੇ ਨੇੜੇ ਹੈ ਤੇ ਕੋਈ ਰੱਬ ਦੇ ਦੂਰ ਹੈ, ਪਰ ਕਰਮ ਬੰਦੇ ਦਾ ਆਪਣਾ ਹੈ। ਜੇ ਤਾਂ ਕਰਮ ਬੰਦੇ ਦਾ ਨੇਕ ਹੈ, ਜੇ ਕਰਮ ਬੰਦੇ ਦਾ ਨਿਰਮਲ ਹੈ, ਉਹ ਬੰਦਾ ਰੱਬ ਦੇ ਨੇੜੇ ਹੈ। ਅਤੇ ਜੇ ਕਰਮ ਚੰਗਾ ਨਹੀਂ ਤੇ ਬੰਦਾ ਰੱਬ ਤੋਂ ਦੂਰ ਹੈ। ਇਤਿਹਾਸ ਵਿੱਚ ਜਦੋਂ ਤੁਸੀਂ ਵੇਖੋ, ਗੁਰੂ ਸਾਹਮਣੇ ਖਲੋਤਾ ਹੋਇਆ ਹੈ, ਗੁਰੂ ਸਾਹਮਣੇ ਹੈ, ਪਰ ਕਈ ਸਾਹਮਣੇ ਹੋ ਕੇ ਵੀ ਗੁਰੂ ਤੋਂ ਦੂਰ ਨੇ। ਗੁਰੂ ਰਾਮਦਾਸ ਮਹਾਰਾਜ ਪ੍ਰਿਥੀ ਚੰਦ ਦੇ ਸਾਹਮਣੇ ਹੀ ਨੇ ਨਾ, ਪਰ ਗੁਰੂ ਦੇ ਸਾਹਮਣੇ ਹੋਣ ਦੇ ਬਾਵਜੂਦ ਵੀ ਪ੍ਰਿਥੀ ਚੰਦ ਗੁਰੂ ਤੋਂ ਕਿੰਨਾ ਦੂਰ ਹੈ। ਗੱਲ ਤਾਂ ਬੰਦੇ ਦੇ ਕਰਮਾਂ 'ਤੇ ਆਣ ਕੇ ਖਲੋਂਦੀ ਹੈ ਨਾ, ਗੱਲ ਬੰਦੇ ਦੇ ਕਰਮਾਂ 'ਤੇ ਆਣ ਕੇ ਖਲੋਂਦੀ ਹੈ। ਕਈ ਗੁਰਦੁਆਰੇ ਆ ਕੇ ਵੀ ਰੱਬ ਤੋਂ ਦੂਰ ਨੇ, ਅਤੇ ਕਈ ਗੁਰੂ ਤੋਂ ਬਾਹਰ ਹੋ ਕੇ ਵੀ ਗੁਰੂ ਦੇ ਨੇੜੇ ਨੇ।
ਸੁਣਿਓ ਕਿੱਦਾਂ। ਇੱਕ ਬੰਦਾ ਹੈ, ਮਨੁੱਖ ਹੈ ਇੱਕ, ਜਿਹੜਾ ਰੋਜ਼ ਗੁਰਦੁਆਰੇ ਆਉਂਦਾ ਹੈ। ਗੁਰਦੁਆਰੇ ਆਉਣ ਤੋਂ ਬਾਅਦ 'ਚ ਬੰਦਾ ਆਪਣਾ ਕੰਮਕਾਰ ਕਰਦਾ ਹੈ ਅਤੇ ਸਾਰਾ ਦਿਨ ਬੰਦਾ ਆਪਣਾ ਕੰਮਕਾਰ ਕਰਦਾ, ਲੋਕਾਂ ਨਾਲ ਠੱਗੀਆਂ ਮਾਰਦਾ ਹੈ, ਝੂਠ ਬੋਲਦਾ ਹੈ, ਲੋਕਾਂ ਦੇ ਨਾਲ ਧੋਖਾ ਕਰਦਾ ਹੈ। ਉਹ ਬੰਦਾ ਗੁਰੂ ਦੇ ਨੇੜੇ ਆਣ ਕੇ ਵੀ ਗੁਰੂ ਤੋਂ ਦੂਰ ਹੈ। ਮਤਾ ਇਹੋ ਜਿਹਾ ਬੰਦਾ ਸਮਝੇ ਵੀ ਮੈਂ ਗੁਰੂ ਦੇ ਨੇੜੇ ਆ ਗਿਆ ਅਤੇ ਮੈਂ ਸ਼ਾਇਦ ਇਸ ਚੀਜ਼ ਨਾਲ ਗੁਰੂ ਨੂੰ ਪ੍ਰਾਪਤ ਕਰ ਲਏਗਾ। ਸਤਿਗੁਰ ਦੀ ਬਾਣੀ ਦਾ ਵਾਕ ਹੈ, ਮਹਾਰਾਜ ਕਹਿੰਦੇ ਚੁਣ ਵੱਖ ਕੱਢੇ ਜਜਮਾਲੇ, ਉੱਥੇ ਸੱਚੋ ਸੱਚ ਵਰਤਦਾ। ਉਸ ਗੁਰੂ ਦੇ ਘਰ ਵਿੱਚ ਸੱਚ ਚੀਜ਼ਾਂ ਦਾ ਮੁੱਲ ਪੈਂਦਾ ਹੈ, ਉੱਥੇ ਸੱਚ ਹੀ ਹਮੇਸ਼ਾ ਵਰਤਦਾ ਹੈ। ਅਤੇ ਜਿਹੜਾ ਝੂਠ ਹੈ, ਜਿਹੜਾ ਕੂੜ ਹੈ, ਇਸ ਚੀਜ਼ ਨੂੰ ਬਾਹਰ ਕੱਢ ਦਿੱਤਾ ਜਾਂਦਾ, ਇਹਨੂੰ ਵੱਖੋ ਵੱਖਰਾ ਕਰ ਦਿੱਤਾ ਜਾਂਦਾ। ਇਸ ਚੀਜ਼ ਦੀ ਗੁਰੂ ਦੇ ਘਰ ਦੇ ਵਿੱਚ ਕੋਈ ਅਹਿਮੀਅਤ ਨਹੀਂ। ਇਹ ਤਾਂ ਝੂਠ ਦੀ ਦੁਕਾਨ ਹੈ, ਇਹਦਾ ਸੌਦਾ ਗੁਰੂ ਘਰ ਦੇ ਵਿੱਚ ਨਹੀਂ ਹੈਗਾ, ਇਹਦਾ ਸੌਦਾ ਕਿਤੇ ਬਾਹਰ ਹੈ। ਸਾਰੀ ਦੁਨੀਆ ਭਰਮ ਦੇ ਵਿੱਚ ਭੁੱਲੀ ਹੋਈ ਹੈ। ਵੈਸੇ ਸਾਧ ਸੰਗਤ, ਜਦੋਂ ਗੁਰੂ ਨੂੰ ਮਿਲਣਾ ਹੋਵੇ, ਜਦੋਂ ਰੱਬ ਨੂੰ ਮਿਲਣਾ ਹੋਵੇ ਨਾ, ਤਿੰਨ ਚੀਜ਼ਾਂ ਦਾ ਵਿਸ਼ਵਾਸ ਬੰਦੇ ਦੇ ਮਨ ਦੇ ਵਿੱਚ ਪੱਕਾ ਹੋਣਾ ਚਾਹੀਦਾ ਹੈ। ਪਹਿਲਾ ਇਸ ਚੀਜ਼ ਦਾ ਰੱਬ ਹੈਗਾ ਹੈ, ਮੈਨੂੰ ਵੇਖ ਰਿਹਾ। ਜੇ ਮੈਂ ਕਿਸੇ ਨਾਲ ਧੋਖਾ ਕਰਦਾ, ਮੈਂ ਸੋਚਾਂ ਵੀ ਜੇ ਰੱਬ ਇੱਥੇ ਹੈਗਾ ਹੈ, ਰੱਬ ਮੈਨੂੰ ਵੇਖ ਰਿਹਾ ਹੈ, ਅਤੇ ਮੈਂ ਰੱਬ ਦੇ ਸਾਹਮਣੇ ਕਿਹੜਾ ਮੂੰਹ ਲੈ ਕੇ ਜਾਵਾਂਗਾ। ਵਿਸ਼ਵਾਸ ਉਹਦੇ ਬਾਰੇ ਹੋਣਾ ਚਾਹੀਦਾ ਹੈ, ਉਹਦੀ ਹੋਂਦ ਬਾਰੇ ਪਤਾ ਹੋਣਾ ਚਾਹੀਦਾ ਹੈ, ਅਤੇ ਉਹਦੇ ਵਿਸ਼ਵਾਸ ਅਤੇ ਉਹਦੀ ਹੋਂਦ ਨੂੰ ਬੰਦੇ ਨੇ, ਮਨੁੱਖ ਨੇ ਆਪਣੇ ਜੀਵਨ ਦੇ ਵਿੱਚ ਵਸਾਉਣਾ। ਇਹ ਤਿੰਨ ਚੀਜ਼ਾਂ ਬੰਦੇ ਦੇ ਜੀਵਨ ਵਿੱਚ ਜ਼ਰੂਰੀ ਚਾਹੀਦੀਆਂ ਨੇ, ਅਤੇ ਤਿੰਨ ਚੀਜ਼ਾਂ ਕਰਕੇ ਬੰਦਾ ਗੁਰੂ ਨੂੰ ਮਿਲ ਸਕਦਾ ਹੈ। ਤਿੰਨ ਚੀਜ਼ਾਂ ਕਰਕੇ ਬੰਦਾ ਗੁਰੂ ਨੂੰ ਮਿਲ ਸਕਦਾ ਹੈ। ਕਿਹੜੀਆਂ? ਮਹਾਰਾਜ ਨੇ ਆਖਿਆ ਮਨ, ਬਚ ਅਤੇ ਕਰਮ। ਮਨ ਕਰਕੇ, ਉਸ ਰੱਬ ਦੀ ਹੋਂਦ ਨੂੰ ਮਨ ਕਰਕੇ ਆਪਣੇ ਜੀਵਨ ਦੇ ਵਿੱਚ ਵਸਾਉਣਾ। ਦੂਜੀ ਚੀਜ਼ ਹੈ ਬਚ। ਬਚ ਦਾ ਮਤਲਬ ਹੈ ਬਚਨ। ਜਿਹੜੀ ਬੋਲੀ, ਜਿਹੜੀ ਸ਼ਬਦਾਵਲੀ ਅਸੀਂ ਆਪਣੇ ਮੂੰਹ ਦੇ ਵਿੱਚੋਂ ਬੋਲਦੇ ਹਾਂ, ਮਹਾਰਾਜ ਕਹਿੰਦੇ ਉਹ ਬਚਨ ਮੂੰਹ ਦੇ ਵਿੱਚੋਂ ਬੋਲਣੇ ਨੇ ਜਿਹੜੇ ਗੁਰੂ ਨੂੰ ਭਾਉਂਦੇ ਹੋਣ, ਜਿਹੜੇ ਗੁਰੂ ਨੂੰ ਚੰਗੇ ਲੱਗਦੇ ਹੋਣ। ਅਤੇ ਤੀਜੀ ਚੀਜ਼ ਹੈ ਕਰਮ। ਕਰਮ ਸੰਸਾਰ ਵਿੱਚ ਬੰਦੇ ਨੇ ਉਹ ਕਰਨਾ ਜਿਹੜਾ ਕਰਮ ਗੁਰੂ ਦੇ ਹੁਕਮ ਦੇ ਵਿੱਚ ਆਉਂਦਾ ਹੋਵੇ, ਜਿਹੜਾ ਕਰਮ ਗੁਰੂ ਦੇ ਹੁਕਮ ਦੇ ਮੁਤਾਬਕ ਚੱਲਦਾ ਹੋਵੇ। ਜਿਸ ਕਰਮ ਦੇ ਵਿੱਚ ਗੁਰੂ ਹੋਵੇ, ਮੰਨ ਲਓ ਤੁਸੀਂ ਦੁਕਾਨ 'ਤੇ ਬੈਠੇ ਹੋ, ਹਰ ਇੱਕ ਬੰਦੇ ਨੇ ਵਪਾਰ ਕਰਨਾ, ਹਰ ਇੱਕ ਬੰਦੇ ਨੇ ਪੈਸਾ ਆਪਣੇ ਘਰ ਪਰਿਵਾਰ ਨੂੰ ਚਲਾਉਣ ਵਾਸਤੇ ਕਮਾਉਣਾ ਹੈ, ਚਾਹੀਦਾ ਹੈ ਹਰ ਇੱਕ ਬੰਦੇ ਨੂੰ ਪੈਸਾ। ਪੈਸੇ ਤੋਂ ਬਿਨਾਂ ਦੁਨੀਆ ਨਹੀਂ ਚੱਲ ਸਕਦੀ। ਪੈਸਾ ਹਰ ਇੱਕ ਬੰਦੇ ਦੀ ਰੋਜੀ ਰੋਟੀ ਦਾ ਗੁਜ਼ਰਾਨ ਹੈ, ਪਰ ਕਿਸੇ ਦਾ ਮਾੜਾ ਕਰਕੇ ਕਮਾਇਆ ਹੋਇਆ ਪੈਸਾ ਕਿਸ ਅਰਥ ਹੈ? ਬੰਦੇ ਦਾ ਕਰਮ ਇਹੋ ਜਿਹਾ ਹੋਵੇ ਜਿਹਦੇ ਵਿੱਚ ਕਿਸੇ ਦਾ ਮਾੜਾ ਨਾ ਤੱਕਿਆ ਜਾਵੇ, ਕਿਸੇ ਦਾ ਮਾੜਾ ਨਾ ਸੋਚਿਆ ਜਾਵੇ। ਇੱਕ ਪਾਸੇ ਬੰਦਾ ਰੋਜ਼ ਗੁਰਦੁਆਰੇ ਆਣ ਕੇ ਨਮਸਕਾਰ ਕਰੇ, ਦੂਜੇ ਪਾਸੇ ਬੰਦਾ ਆਪਣੇ ਭਰਾਵਾਂ ਦੇ ਨਾਲ ਹੀ ਠੱਗੀਆਂ ਮਾਰੀ ਜਾਏ। ਮਹਾਰਾਜ ਕਹਿੰਦੇ ਤੂੰ ਗੁਰੂ ਦੇ ਨੇੜੇ ਹੋ ਕੇ ਵੀ ਗੁਰੂ ਤੋਂ ਦੂਰ ਹੈ। ਤੂੰ ਗੁਰੂ ਦੇ ਨੇੜੇ ਹੋ ਕੇ ਵੀ ਗੁਰੂ ਤੋਂ ਦੂਰ ਹੈ। ਆਪਣੇ ਭਰਾ ਦੇ ਬੱਚਿਆਂ ਦੇ ਮੂੰਹ ਦੇ ਵਿੱਚ ਰੋਟੀ ਖੋਹ ਕੇ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚ ਰੋਟੀ ਪਾਈ ਜਾਵੇ। ਮਹਾਰਾਜ ਕਹਿੰਦੇ ਗੁਰੂ ਦੇ ਨੇੜੇ ਹੋ ਕੇ ਵੀ ਗੁਰੂ ਤੋਂ ਦੂਰ ਹੈ। ਅਤੇ ਕਈ ਤਾਂ ਫਿਰ ਐਸੇ ਵੀ ਹੈਗੇ ਨੇ, ਸਾਰਾ ਸਾਲ ਠੱਗੀਆਂ ਮਾਰਨੀਆਂ, ਲੋਕਾਂ ਦੇ ਨਾਲ ਧੋਖਾ ਕਰਨਾ, ਅਤੇ ਇਹਦੋਂ ਬਾਅਦ ਜਦੋਂ ਛਪੀਲ ਦਾ ਵੇਲਾ ਆਉਂਦਾ ਹੈ ਤਾਂ ਗੁਰਦੁਆਰੇ ਖੰਡ ਦੀ ਬੋਰੀ ਦੇ ਕੇ ਆਖਣਾ ਵੀ ਸਾਡੇ ਨਾਂ 'ਤੇ ਛਪੀਲ ਲਾ ਲਓ। ਸਾਰਾ ਸਾਲ ਲੋਕਾਂ ਦੇ ਨਾਲ ਬੇਈਮਾਨੀਆਂ ਕਰਨੀਆਂ। ਡਾਕਟਰ ਹੈ, ਮੈਂ ਇੱਕ ਐਗਜ਼ਾਮਪਲ ਦਿੰਦਾ। ਮੰਨ ਲਓ ਡਾਕਟਰ ਹੈ ਹੌਸਪੀਟਲ ਦੇ ਵਿੱਚ, ਡਾਕਟਰ ਹੌਸਪੀਟਲ ਦੇ ਵਿੱਚ ਆਪਣਾ ਕਰਮ ਕਰਦਾ ਹੈ। ਜੇਕਰ ਹੌਸਪੀਟਲ ਦੇ ਵਿੱਚ ਕਿਸੇ ਗਰੀਬ ਪਰਿਵਾਰ ਦਾ ਕੋਈ ਬੱਚਾ ਆ ਜਾਂਦਾ ਹੈ ਅਤੇ ਡਾਕਟਰ ਉਹਦੇ ਕੋਲੋਂ ਦਵਾਈ ਨਾਲੋਂ ਵੀ ਵੱਧ ਕੇ ਪੈਸੇ ਮੰਗਦਾ ਹੈ, ਦਵਾਈ ਨਾਲੋਂ ਵੀ ਵੱਧ ਕੇ ਪੈਸੇ ਲੈਂਦਾ। ਆਹ ਪਿਛਲੇ ਦਿਨਾਂ ਦੇ ਵਿੱਚ ਹੋਇਆ ਹੀ ਹੈ, ਸਾਰਾ ਕੁਝ ਤੁਸੀਂ ਇੰਟਰਨੈਟ 'ਤੇ ਮੀਡੀਆ 'ਤੇ ਸਾਰਾ ਕੁਝ ਵੇਖਿਆ ਹੋਏਗਾ ਵੀ ਕਿੰਨਾ ਕੁਝ ਇੱਥੇ ਚੱਲਿਆ, ਕਿੰਨੀਆਂ ਬੇਈਮਾਨੀਆਂ ਦਾ ਦੌਰ ਇੱਥੇ। ਜਿਹੜੀ ਚੀਜ਼ 1000 ਰੁਪਏ ਦੀ ਮਿਲਦੀ ਸੀ, 10-10 ਹਜ਼ਾਰ ਰੁਪਏ ਦੀ ਵੀ ਉਹ ਚੀਜ਼ ਨਹੀਂ ਸੀ ਮਿਲ ਰਹੀ। ਬਲੈਕ ਪਿਛਲੇ ਦਿਨਾਂ ਦੇ ਵਿੱਚ ਗੋਲੀਆਂ ਕਿੰਨੀਆਂ ਬਲੈਕ ਦੇ ਵਿੱਚ ਵੇਚੀਆਂ ਗਈਆਂ, ਕਿੰਨੇ ਟੀਕੇ ਬਲੈਕ ਦੇ ਵਿੱਚ ਵੇਚੇ ਗਏ। ਇਹ ਬੰਦੇ ਦੀ ਮਾਨਸਿਕ ਕੰਗਾਲੀ ਦਾ ਜਨਾਜ਼ਾ ਨਿਕਲਿਆ ਹੋਇਆ ਹੈ। ਮਾਨਸਿਕ ਕੰਗਾਲੀ ਦਾ ਇੱਕ ਸਾਡੇ ਸਾਹਮਣੇ ਸਬੂਤ ਹੈ ਵੀ ਬੰਦਾ ਕਿਸ ਰਾਹ 'ਤੇ ਤੁਰਿਆ ਹੋਇਆ ਹੈ, ਬੰਦੇ ਨੇ ਕਿਹੜਾ ਪੰਧ ਚੁਣਿਆ ਹੋਇਆ ਹੈ, ਬੰਦਾ ਕਿਸ ਹਵਾ ਦੇ ਵੇਗ ਵੱਲ ਨੂੰ ਜਾ ਰਿਹਾ ਹੈ। ਸਤਿਗੁਰੂ ਕਹਿੰਦੇ ਨੇ ਜਿਹੜਾ ਭਰਮ ਹੈ ਜੀਵਨ ਦੇ ਵਿੱਚ,
ਭਰਮ ਜੀਵਨ ਦੇ ਵਿੱਚ ਤੈਨੂੰ ਰੱਬ ਨਾਲ ਨਹੀਂ ਮਿਲਣ ਦਿੰਦਾ। ਹੁਣ ਡਾਕਟਰ ਹੈ, ਆਪਣੀ ਕਲੀਨਿਕ 'ਤੇ ਕੰਮ ਕਰਦਾ ਹੈ, ਸਰਕਾਰੀ ਉਹਦੀ ਜੋਬ ਲੱਗੀ ਹੈ, ਅਤੇ ਸਰਕਾਰੀ ਜੋਬ ਤੋਂ ਬਾਅਦ ਇੱਕ ਆਪਦਾ ਵੱਖਰਾ ਉਹਨੇ ਕਲੀਨਿਕ ਖੋਲ੍ਹਿਆ ਹੋਇਆ ਜਿੱਥੇ ਸ਼ਾਮ ਨੂੰ ਲੋਕ ਆਉਂਦੇ ਨੇ, ਉੱਥੇ ਉਹ ਵੱਖਰੀ ਕਮਾਈ ਕਰਦਾ ਹੈ ਅਤੇ ਸਰਕਾਰ ਕੋਲੋਂ ਉਹ ਡਾਕਟਰ ਵੱਖਰੀ ਤਨਖਾਹ ਲੈ ਰਿਹਾ ਹੈ ਅਤੇ ਲੋਕਾਂ ਦੇ ਨਾਲ ਧੋਖਾ ਕਰ ਰਿਹਾ, ਧੱਕਾ ਕਰ ਰਿਹਾ। ਹੁਣ ਐਸਾ ਬੰਦਾ ਗੁਰਦੁਆਰੇ ਆਣ ਕੇ ਇਹ ਗੱਲ ਆਖੇ ਵੀ ਮੈਂ ਗੁਰੂ ਸਾਹਿਬ ਜੀ ਨੂੰ ਮਾਇਆ ਦਾਨ ਕਰ ਦਿੰਦਾ ਹਾਂ, ਅਤੇ ਫਿਰ ਕੰਨ ਲਾ ਕੇ ਭਾਈ ਸਾਹਿਬ ਦੇ ਕੋਲੋਂ ਅਰਦਾਸ ਵਿੱਚ ਬੰਦਾ ਸੁਣਦਾ ਵੀ ਭਾਈ ਸਾਹਿਬ ਮੇਰਾ ਨਾਮ ਲੈਂਦੇ ਆ ਕਿ ਨਹੀਂ ਲੈਂਦੇ। ਅਤੇ ਕਈ ਵਾਰੀ ਬੰਦਾ ਗੁਰਦੁਆਰੇ ਦੇ ਕੇ 4 ਪੈਸੇ ਜੇ ਕਿਤੇ ਅਰਦਾਸ ਵਿੱਚ ਭਾਈ ਜੀ ਨਾ ਬੋਲਣ, ਅਤੇ ਬੰਦਾ ਕਹਿੰਦਾ ਨਹੀਂ ਆਪਾਂ ਤਾਂ ਗੁਰਦੁਆਰਾ ਹੀ ਚੇਂਜ ਕਰ ਲੈਣਾ, ਇਹਨਾਂ 'ਤੇ ਸਾਡਾ ਨਾਂ ਹੀ ਨਹੀਂ ਬੋਲਿਆ ਅਰਦਾਸ ਵਿੱਚ, ਆਪਾਂ ਤਾਂ ਗੁਰਦੁਆਰੇ ਆਉਣਾ ਹੀ ਬੰਦ ਕਰ ਦੇਣਾ। ਬੰਦੇ ਨੂੰ ਇਹ ਲੱਗਦਾ ਵੀ ਜੇ ਮੈਂ ਨਾ ਹੁੰਦਾ, ਜੇ ਮੈਂ ਨਾ ਇਸ ਦੁਨੀਆ 'ਤੇ ਹੁੰਦਾ ਤਾਂ ਹੋ ਸਕਦਾ ਸੀ ਗੁਰੂ ਘਰ ਚੱਲਦਾ ਹੀ ਨਾ, ਹੋ ਸਕਦਾ ਸੀ ਗੁਰਦੁਆਰਾ ਬਣਦਾ ਹੀ ਨਾ। ਇਹ ਭਰਮ ਹੈ ਸਭ ਤੋਂ ਵੱਡਾ। ਅਸੀਂ ਗੁਰਦੁਆਰੇ 20 ਰੁਪਏ ਦੇਖਦੇ ਵਾਸਤੇ ਦੇ ਕੇ ਅਤੇ ਕੰਨ ਲਾ ਕੇ ਸੁਣਦੇ ਹਾਂ ਵੀ ਹੁਣ ਭਾਈ ਸਾਹਿਬ ਮੇਰਾ ਨਾਮ ਲੈਂਦੇ ਆ ਕਿ ਨਹੀਂ ਲੈਂਦੇ। ਹੁਣ ਭਾਈ ਸਾਹਿਬ ਜਿੰਨੀ ਸੰਗਤ ਖਲੋਤੀ ਹੈ ਮੇਰਾ ਨਾਮ ਲੈਣਗੇ, ਸਾਰੀ ਸੰਗਤ ਸੁਣੂਗੀ ਅਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗੇਗਾ ਵੀ ਹਾਂ ਫਲਾਨਾ ਸਿੰਘ ਨੇ ਅੱਜ ਦੇਖਦੇ ਵਾਸਤੇ ਪੈਸੇ ਦਿੱਤੇ ਨੇ। ਉਹ ਤਰ੍ਹਾਂ ਅਸੀਂ ਕਹਿੰਦੇ ਹਾਂ ਬਿਨ ਬੋਲਿਆਂ ਸਭ ਕੁਛ ਜਾਣਦਾ ਕਿ ਸਾਗਾ ਕੀਤੇ ਅਰਦਾਸ। ਬਿਨਾਂ ਬੋਲਣ ਤੋਂ ਰੱਬ ਸਭ ਕੁਛ ਜਾਣਦਾ, ਬਿਨਾਂ ਬੋਲਣ ਤੋਂ ਉਹਨੂੰ ਸਾਰਾ ਪਤਾ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਮਲਿਆ ਕਿਹੜੀਆਂ ਗੱਲਾਂ ਦੇ ਵਿੱਚ ਪਿਆ ਹੋਇਆ, ਰੱਬ ਨਾਲੋਂ ਟੁੱਟੇ ਬੰਦਿਆ ਕਿਉਂ ਭਰਮ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ, ਤੂੰ ਆਪਣਾ ਭਰਮ ਛੱਡਦਾ ਕਿਉਂ ਨਹੀਂ। ਜਿੱਦਣ ਤੂੰ ਭਰਮ ਛੱਡ ਦਿੱਤਾ ਤੈਨੂੰ ਸਮਝ ਆ ਜਾਏਗੀ ਇਹ ਸੱਪ ਨਹੀਂ ਸੀ, ਇਹ ਰੱਸੀ ਹੈ। ਤੈਨੂੰ ਅਸਲੀਅਤ ਤੋਂ ਟੁੱਟੇ ਹੋਏ ਨੂੰ ਅਜੇ ਤੱਕ ਰੱਬ ਦੀ ਹੋਂਦ ਬਾਰੇ ਅਹਿਸਾਸ ਨਹੀਂ ਹੋ ਰਿਹਾ, ਭਰਮਾਂ ਵਿੱਚ ਪਿਆ ਹੋਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੋਗੀਆਂ ਦੇ ਨਾਲ ਵਿਚਾਰ ਚਰਚਾ ਕਰਦੇ ਨੇ। ਜੋਗੀਆਂ ਨੂੰ ਪੁੱਛਿਆ ਤੁਹਾਡਾ ਧਰਮ ਕੀ ਹੈ? ਕਹਿੰਦੇ ਸਾਡਾ ਧਰਮ ਹੈ ਕੰਨ ਵਿੱਚ ਪਾਉਣੀਆਂ ਮੁੰਦਰਾਂ, ਕੰਨ ਵਿੱਚ ਮੁੰਦਰਾਂ ਪਾਉਣ ਤੋਂ ਬਾਅਦ ਹੱਥ ਵਿੱਚ ਫੜਿਆ ਹੋਇਆ ਡੰਡਾ ਅਤੇ ਸਾਈਡ 'ਤੇ ਇੱਕ ਖਿੰਥਾ ਪਾਈ ਝੋਲੀ ਪਾਈ ਹੋਈ ਹੈ, ਅਤੇ ਉਸ ਝੋਲੀ ਦੇ ਵਿੱਚ ਸਵਾਹ, ਅਤੇ ਉਸ ਸਵਾਹ ਨੂੰ ਅਸੀਂ ਆਪਣੇ ਪਿੰਡੇ 'ਤੇ ਮਲਦੇ ਹਾਂ, ਅਤੇ ਸਵਾਹ ਨੂੰ ਪਿੰਡੇ ਮਲਣ ਤੋਂ ਬਾਅਦ ਅਸੀਂ ਇਸ ਗੱਲ ਨੂੰ ਸੋਚਦੇ ਹਾਂ, ਇਸ ਗੱਲ ਦਾ ਅਹਿਸਾਸ ਕਰਦੇ ਹਾਂ ਵੀ ਰੱਬ ਇਸ ਦੁਨੀਆ 'ਤੇ ਹੈਗਾ ਹੈ। ਇਹ ਜੋਗੀ ਕਹਿੰਦਾ ਸੀ ਵੀ ਰੱਬ ਇਸ ਦੁਨੀਆ 'ਤੇ ਹੈਗਾ ਹੈ। ਸਾਡੇ ਪਿੰਡੇ 'ਤੇ ਮਲੀ ਹੋਈ ਸਵਾਹ ਸਾਨੂੰ ਇਸ ਗੱਲ ਦਾ ਅਹਿਸਾਸ ਕਰਵਾਉਂਦੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੋਗੀ ਨੂੰ ਸਮਝਾਇਆ, ਕਹਿੰਦੇ ਜੋਗੀ ਕਿਉਂ ਭਰਮ ਦੇ ਵਿੱਚ ਭੁੱਲਿਆ ਹੋਇਆ ਹੈ? ਕੰਨਾਂ ਦੇ ਵਿੱਚ ਮੁੰਦਰਾਂ ਪਾਉਣ ਨਾਲ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ। ਪੁਆੜੇ ਦੀ ਜੜ੍ਹ ਤਾਂ ਤੇਰਾ ਮਨ ਹੈ, ਵਿਗੜਿਆ ਹੋਇਆ ਤਾਂ ਤੇਰਾ ਮਨ ਹੈ, ਸਾਰੀਆਂ ਸ਼ਰਾਰਤਾਂ ਤਾਂ ਤੇਰਾ ਮਨ ਕਰਦਾ। ਤੂੰ ਕੰਨ ਵਿੱਚ ਮੁੰਦਰਾਂ ਪਾ ਕੇ ਇਹ ਗੱਲ ਕਹਿ ਰਿਹਾ ਮੈਂ ਧਰਮੀ ਬਣ ਗਿਆ, ਇੱਦਾਂ ਬੰਦਾ ਧਰਮੀ ਬਣ ਜਾਏਗਾ? ਇਹ ਭਰਮ ਹੈ ਤੇਰਾ। ਉਹ ਕਹਿੰਦਾ ਅਸੀਂ ਪਿੰਡੇ 'ਤੇ ਸਵਾਹ ਮਲੀ ਹੋਈ ਹੈ ਅਤੇ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਅਸੀਂ ਰੱਬ ਨਾਲ ਇੱਕਮਿਕ ਹੋਏ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਕਿਹੜੀਆਂ ਕਮਲੀਆਂ ਗੱਲਾਂ ਕਰਦਾ ਹੈ? ਪਿੰਡੇ 'ਤੇ ਸਵਾਹ ਮਲਣਾ ਰੱਬ ਮਿਲ ਜਾਂਦਾ, ਪਿੰਡੇ 'ਤੇ ਸਵਾਹ ਮਲਣ ਨਾਲ ਰੱਬ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਕਹਿੰਦੇ ਤੇਰਾ ਭਰਮ ਹੈ, ਇਹ ਭਰਮ ਤੈਨੂੰ ਤੋੜਨਾ ਪਏਗਾ। ਉਹ ਕਹਿੰਦਾ ਹੱਥ ਵਿੱਚ ਡੰਡਾ ਫੜਿਆ ਹੋਇਆ। ਸਤਿਗੁਰੂ ਕਹਿੰਦੇ ਇਹ ਵੀ ਤੇਰਾ ਭਰਮ ਹੈ। ਰੋਜ਼ ਅਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਨੇ ਮੁੰਦਾ ਸੰਤੋਖ ਜੋਗੀ ਆ ਮੈਂ ਤੈਨੂੰ ਦੱਸਾਂ ਵੀ ਰੱਬ ਦੀ ਪ੍ਰਾਪਤੀ ਕਿੱਦਾਂ ਹੁੰਦੀ ਹੋਊ। ਕੰਨਾਂ ਵਿੱਚ ਮੁੰਦਰਾਂ ਪਾਉਣ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋਣੀ। ਕੰਨਾਂ ਵਿੱਚ ਮੁੰਦਰਾਂ ਪਾਉਣੀਆਂ ਰੱਬ ਦੀ ਪ੍ਰਾਪਤੀ ਦੀ ਨਿਸ਼ਾਨੀ ਨਹੀਂ। ਆ ਮੈਂ ਤੈਨੂੰ ਦੱਸਾਂ ਰੱਬ ਦੀ ਪ੍ਰਾਪਤੀ ਕਿੱਦਾਂ ਹੁੰਦੀ ਹੋਊ, ਆ ਤੈਨੂੰ ਦੱਸਾਂ ਰੱਬ ਮਿਲਦਾ ਕਿੱਦਾਂ ਹੈ। ਮਹਾਰਾਜ ਕਹਿੰਦੇ ਮੁੰਦਾ ਸੰਤੋਖ, ਸੰਤੋਖ ਦੀਆਂ ਮੁੰਦਰਾਂ ਆਪਣੇ ਜੀਵਨ ਦੇ ਵਿੱਚ ਧਾਰਨ ਕਰ। ਸ਼ਰਮ ਪੱਤ ਝੋਲੀ, ਜਿਹੜੀ ਤੇਰੀ ਝੋਲੀ ਹੈ ਇਹਨੂੰ ਮਿਹਨਤ ਬਣਾ, ਇਹਨੂੰ ਹੱਥੀਂ ਕਿਰਤ ਕਰਕੇ ਕਮਾ, ਹੱਥੀਂ ਕਿਰਤ ਕਰਕੇ ਖਾ। ਜਿੱਦਣ ਤੇਰੇ ਪਾਈ ਹੋਈ ਝੋਲੀ ਤੂੰ ਇਹਨੂੰ ਮਿਹਨਤ ਦਾ ਰੂਪ ਤਿਆਰ ਕਰ ਲਿਆ, ਇਹਨੂੰ ਮਿਹਨਤ ਬਣਾ ਲਿਆ, ਉਦੋਂ ਤੈਨੂੰ ਰੱਬ ਦੀ ਪ੍ਰਾਪਤੀ ਹੋਏਗੀ। ਅਤੇ ਭਾਈ ਗੁਰਦਾਸ ਜੀ ਨੇ ਤਾਂ ਸਾਧ ਸੰਗਤ ਇੱਥੋਂ ਤੱਕ ਕਿਹਾ। ਜੋਗੀ ਕਹਿੰਦਾ ਸੀ ਜਿਹੜਾ ਗ੍ਰਸਤ ਹੈ ਮਾੜਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਹੋਏ ਅਤੀਤ ਗ੍ਰਸਤ ਤਾਜ ਫਿਰ ਉਹਨੂੰ ਕਹਿ ਕਰ ਮੰਗਣ ਜਾਈ। ਜੋਗੀ ਤੂੰ ਕਹਿੰਦਾ ਗ੍ਰਸਤੀ ਮਾੜੇ ਹੈ, ਜੇ ਇਸ ਸੰਸਾਰ 'ਤੇ ਗ੍ਰਸਤੀ ਨਾ ਹੋਣ ਤਾਂ ਤੂੰ ਰੋਟੀ ਕਿੱਥੋਂ ਖਾਏਂਗਾ?
ਤੂੰ ਵੀ ਤਾਂ ਉਹਨਾਂ ਦੇ ਘਰ ਵਿੱਚ ਜਾ ਕੇ ਮੰਗ ਕੇ ਹੀ ਖਾਣਾ ਹੈ ਨਾ। ਗ੍ਰਸਤੀ ਕੰਮ ਕਰਦੇ ਨੇ ਤੇ ਉਹਨਾਂ ਦੇ ਘਰਾਂ ਵਿੱਚੋਂ ਰੋਟੀਆਂ ਮੰਗ ਕੇ ਤੂੰ ਖਾਣਾ ਹੈ। ਜੇ ਭਲਾ ਸਾਰਾ ਸੰਸਾਰ ਜੋਗੀ ਬਣ ਜਾਏ, ਤੁਸੀਂ ਵੇਖੋ ਸਮਾਜ ਦੀ ਹਾਲਤ ਫਿਰ ਕਿੱਦਾਂ ਦੀ ਹੋਏਗੀ, ਸੰਸਾਰ ਕਿੱਦਾਂ ਦਾ ਹੋਏਗਾ। ਫਿਰ ਜੇ ਸਾਰਾ ਸੰਸਾਰ ਜੋਗੀ ਬਣ ਗਿਆ ਤੇ ਸੰਸਾਰ 'ਤੇ ਕੰਮ ਕੌਣ ਕਰੇਗਾ? ਸੰਸਾਰ ਚੱਲ ਹੀ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੋਗੀ ਤੇਰਾ ਭਰਮ ਹੈ ਵੀ ਸ਼ਾਇਦ ਪਿੰਡੇ ਦੇ ਸਵਾਹ ਮਲ ਕੇ ਰੱਬ ਦੀ ਪ੍ਰਾਪਤੀ ਹੋ ਜਾਏਗੀ। ਮਹਾਰਾਜ ਕਹਿੰਦੇ ਨੇ ਸ਼ਰਮ ਪੱਤ ਝੋਲੀ ਧਿਆਨ ਕੀ ਕਰੇ ਵਿਭੂਤ। ਜਿਹੜੀ ਪਿੰਡੇ 'ਤੇ ਸਵਾਹ ਮਲਦਾ ਹੈ ਨਾ, ਜਿਹੜੀ ਪਿੰਡੇ ਦੇ ਸਵਾਹ ਲਾਈ ਹੋਈ ਹੈ, ਇਹਨੂੰ ਧਿਆਨ ਦੀ ਵਿਭੂਤੀ ਬਣਾ ਲੈ। ਮਤਲਬ ਪਿੰਡੇ 'ਤੇ ਸਵਾਹ ਮਲਣ ਦੀ ਲੋੜ ਨਹੀਂ। ਜੇ ਰੱਬ ਨਾਲ ਤੂੰ ਸੱਚੀ ਜੁੜਨਾ ਚਾਹੁੰਦਾ ਹੈ ਤੇ ਰੱਬ ਨੂੰ ਆਪਣੀ ਸੁਰਤ ਵਿੱਚ ਉਹਦਾ ਧਿਆਨ ਕਰ ਲੈ। ਰੱਬ ਨੂੰ ਆਪਣੀ ਸੁਰਤ ਵਿੱਚ ਸਦਾ ਚੇਤੇ ਕਰ। ਉਹਦੇ ਅਹਿਸਾਸ ਨੂੰ, ਉਹਦੇ ਭਾਵ ਨੂੰ ਸਦਾ ਆਪਣੇ ਮਨ ਦੇ ਵਿੱਚ ਵਸਾ ਕੇ ਰੱਖ। ਉਹਦੀ ਹੋਂਦ ਨੂੰ ਸਦਾ ਆਪਣੇ ਮਨ ਦੇ ਵਿੱਚ ਤੂੰ ਚੇਤੇ ਕਰਕੇ ਰੱਖਣਾ ਹੈ। ਮਹਾਰਾਜ ਕਹਿੰਦੇ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ। ਜਿਹੜੀ ਆਪਣੀ ਕਾਇਆ ਹੈ, ਜਿਹੜਾ ਸਰੀਰ ਹੈ, ਇਹਨੂੰ ਤੂੰ ਵਿਕਾਰਾਂ ਵੱਲੋਂ ਕੁਆਰਾ ਰੱਖਣਾ ਹੈ। ਜੋਗੀ ਕਹਿੰਦਾ ਸੀ ਵਿਆਹ ਨਾ ਕਰਾਓ ਤੇ ਰੱਬ ਮਿਲ ਜਾਂਦਾ। ਘਰ ਪਰਿਵਾਰ ਛੱਡ ਦਿਓ, ਗ੍ਰਸਤ ਜੀਵਨ ਛੱਡ ਦਿਓ ਤੇ ਰੱਬ ਮਿਲ ਜਾਂਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਮਲਿਆ ਤੇਰਾ ਭਰਮ ਹੈ, ਇੱਦਾਂ ਰੱਬ ਨਹੀਂ ਉਹ ਮਿਲਦਾ। ਜੇ ਰੱਬ ਦੀ ਪ੍ਰਾਪਤੀ ਕਰਨੀ ਹੈ ਨਾ ਤੇ ਤੈਨੂੰ ਕਰਨਾ ਕੀ ਪਏਗਾ? ਆਪਣੇ ਸਰੀਰ ਨੂੰ ਵਿਕਾਰਾਂ ਦੇ ਵੱਲੋਂ ਕੁਆਰਾ ਰੱਖਣਾ ਪਏਗਾ। ਜਿਹੜੇ ਵਿਕਾਰ ਤੇਰੇ 'ਤੇ ਨਿੱਤ ਹਮਲਾ ਕਰਦੇ ਨੇ, ਜਿਹੜੇ ਵਿਕਾਰ ਤੈਨੂੰ ਦਿਨ ਰਾਤ ਪਰੇਸ਼ਾਨ ਕਰਦੇ ਨੇ, ਜਿਹੜੇ ਵਿਕਾਰ ਤੇਰੇ ਮਨ ਦੇ ਵਿੱਚ ਨੇ, ਕਦੀ ਤੇਰੇ ਮਨ ਦੇ ਵਿੱਚ ਲੋਭ ਆਉਂਦਾ ਹੈ, ਕਦੀ ਤੇਰੇ ਮਨ ਦੇ ਵਿੱਚ ਹੰਕਾਰ ਆਉਂਦਾ ਹੈ, ਕਦੀ ਤੇਰੇ ਮਨ ਦੇ ਵਿੱਚ ਕ੍ਰੋਧ ਆਉਂਦਾ ਹੈ, ਇਹ ਸਾਰੀਆਂ ਜਿਹੜੀਆਂ ਤੈਨੂੰ ਚੀਜ਼ਾਂ ਦਿਨ ਰਾਤ ਤੰਗ ਕਰਦੀਆਂ ਨੇ ਨਾ, ਤੂੰ ਇਹਨਾਂ ਵੱਲੋਂ ਆਪਣੇ ਸਰੀਰ ਨੂੰ ਕੁਆਰਾ ਰੱਖ ਤਾਂ ਰੱਬ ਮਿਲੇਗਾ। ਜੋਗੀ ਦਾ ਭਰਮ ਤੋੜਿਆ ਨਾ ਮਹਾਰਾਜ ਨੇ, ਜੋਗੀ ਦੇ ਭਰਮ ਨੂੰ ਚੂਰ ਚੂਰ ਕਰ ਦਿੱਤਾ ਗੁਰਦੇਵ ਨੇ। ਅੱਜ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਭਰਮ ਪਾਲ ਕੇ ਬੈਠੇ ਹਾਂ। ਅਸੀਂ ਵੀ ਆਪਣੇ ਜੀਵਨ ਦੇ ਵਿੱਚ ਸੋਚਦੇ ਹਾਂ ਸ਼ਾਇਦ ਸਾਨੂੰ ਰੱਬ ਦੀ ਪ੍ਰਾਪਤੀ ਇੱਥੋਂ ਹੋ ਜਾਏ, ਸ਼ਾਇਦ ਸਾਡੇ ਪਰਿਵਾਰ ਦੇ ਦੁੱਖ ਕਲੇਸ਼ ਇੱਥੋਂ ਖਤਮ ਹੋ ਜਾਣ। ਇੱਕ ਚੀਜ਼ ਦਾ ਇੱਥੇ ਹੋਰ ਧਿਆਨ ਰੱਖਿਓ, ਜਿਹੜੀ ਚੀਜ਼ ਬੰਦਾ ਮਨ ਵਿੱਚ ਕਦੀ ਵੀ ਸੋਚਦਾ ਹੈ ਨਾ, ਜ਼ਰੂਰੀ ਨਹੀਂ ਹੁੰਦਾ ਵੀ ਉਹ ਚੀਜ਼ ਹਮੇਸ਼ਾ ਠੀਕ ਹੋਵੇ, ਜ਼ਰੂਰੀ ਨਹੀਂ ਹੁੰਦਾ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਬੜੀਆਂ ਥਾਵਾਂ 'ਤੇ ਹੋਰ ਤੁਰੇ ਫਿਰਦੇ ਹਾਂ। ਮਨ ਦੇ ਵਿੱਚ ਇੱਕੋ ਹੀ ਸਾਡੀ ਇਹ ਤਾਂਘ ਹੁੰਦੀ ਹੈ ਸ਼ਾਇਦ ਸਾਡੇ ਦੁੱਖਾਂ ਦਾ ਹੱਲ ਇਸ ਥਾਂ ਤੋਂ ਹੋ ਜਾਏ, ਸ਼ਾਇਦ ਅਸੀਂ ਆਪਣੇ ਦੁੱਖਾਂ ਦੀ ਨਿਵਰਤੀ ਇਸ ਥਾਂ ਤੋਂ ਕਰਾ ਲਈਏ। ਗੁਰਦੇਵ ਕਹਿੰਦੇ ਸਭ ਚੀਜ਼ਾਂ ਤੇਰੀਆਂ ਭਰਮ ਨੇ, ਪਰ ਬੰਦਾ ਭਰਮ ਨੂੰ ਛੱਡਦਾ ਨਹੀਂ ਛੇਤੀ। ਬੰਦਾ ਆਪਣੇ ਮਨ ਦੇ ਬਣੇ ਹੋਏ ਸੁਭਾਅ ਨੂੰ ਤਿਆਗਦਾ ਨਹੀਂ। ਸਭ ਤੋਂ ਔਖੀ ਚੀਜ਼ ਹੈ ਦੁਨੀਆ ਦੇ ਵਿੱਚ ਆਪਣੇ ਮਨ ਨੂੰ ਬਦਲਣਾ। ਮਨ ਬਦਲਣਾ ਬੜਾ ਔਖਾ ਹੈ। ਮੈਂ ਇੱਕ ਦਿਨ ਉਦਾਹਰਣ ਪੜ੍ਹ ਰਿਹਾ ਸੀ, ਕਹਿੰਦੇ ਇੱਕ ਫਕੀਰ ਸੀ, ਮੰਗਤਾ ਸੀ, ਚੌਂਕ ਦੇ ਵਿੱਚ ਖਲੋ ਕੇ ਉਹਨੇ ਹਰ ਰੋਜ਼ ਲੋਕਾਂ ਦੇ ਕੋਲੋਂ ਮੰਗਣਾ। ਪਾਟੇ ਹੋਏ ਉਹਨੇ ਕੱਪੜੇ ਪਾਏ ਸੀ, ਸਿਰ ਦੇ ਉੱਪਰ ਪਾਟਾ ਹੋਇਆ, ਉਹਨੇ ਇੱਕ ਪੁਰਾਣਾ ਜਿਹਾ ਪਰਨਾ ਬੰਨ੍ਹਿਆ ਹੋਇਆ ਸੀ, ਹੱਥ ਦੇ ਵਿੱਚ ਠੂਠਾ ਫੜਿਆ ਹੋਇਆ ਸੀ। ਬੜੇ ਲੰਮੇ ਸਮੇਂ ਤੋਂ ਚੌਂਕ ਦੇ ਵਿੱਚ ਉਹ ਮੰਗ ਰਿਹਾ ਸੀ। 20-25 ਸਾਲ ਹੋ ਗਏ ਇੱਕੇ ਚੌਂਕ ਦੇ ਵਿੱਚ ਬੈਠਾ ਰਿਹਾ ਤੇ ਮੰਗਦਾ ਰਿਹਾ। ਇੱਕ ਦਿਨ ਉਹਦੀ ਵਿਚਾਰੇ ਦੀ ਐਸੀ ਹਾਲਤ ਇੱਕ ਸ਼ਾਹੂਕਾਰ ਨੇ ਵੇਖੀ। ਸ਼ਾਹੂਕਾਰ ਉੱਧਰ ਦੀ ਗੁਜ਼ਰ ਰਿਹਾ ਸੀ, ਅੱਗੇ ਵੀ ਉਹਨੂੰ ਦੇਖਦਾ ਸੀ ਪਰ ਅੱਗੇ ਕਦੀ ਧਿਆਨ ਨਹੀਂ ਸੀ ਦਿੱਤਾ। ਇੱਕ ਦਿਨ ਉਹਨੇ ਮਨ ਵਿੱਚ ਸੋਚਿਆ, ਵਿਚਾਰਾ 20-25 ਸਾਲ ਤੋਂ ਹਰ ਰੋਜ਼ ਮੰਗ ਕੇ ਖਾਂਦਾ ਹੈ, ਜਿੰਨਾ ਕਿਤੇ ਕੋਲ ਹੁੰਦਾ ਹੈ ਉਹਨਾਂ ਕੁ ਸ਼ਾਮ ਨੂੰ ਆਪੋ ਆਪਣੇ ਘਰ ਨੂੰ ਲੈ ਜਾਂਦਾ ਹੈ। ਕਿਉਂ ਨਾ ਇਹਦੀ ਇਸ ਗਰੀਬੀ ਨੂੰ ਦੂਰ ਕੀਤਾ ਜਾਏ, ਕਿਉਂ ਨਾ ਇਹਦੀ ਇਸ ਗਰੀਬੀ ਨੂੰ ਕੱਟਿਆ ਜਾਏ, ਕਿਉਂ ਨਾ ਇਹਦੀ ਇਸ ਗਰੀਬੀ ਨੂੰ ਮੈਂ ਸਦਾ ਵਾਸਤੇ ਖਤਮ ਕਰ ਦਿਆਂ। ਉਹਨੂੰ ਵਿਚਾਰੇ ਨੂੰ ਤਰਸ ਆਇਆ। ਉਹ ਉਸ ਫਕੀਰ ਕੋਲ ਗਿਆ, ਉਹਨੂੰ ਜਾ ਕੇ ਕਹਿਣ ਲੱਗਾ, ਅੱਜ ਤੋਂ ਬਾਅਦ ਤੈਨੂੰ ਚੌਂਕ ਵਿੱਚ ਬੈਠ ਕੇ ਮੰਗਣ ਦੀ ਲੋੜ ਨਹੀਂ, ਮੈਂ ਤੇਰੀ ਗਰੀਬੀ ਨੂੰ ਦੂਰ ਕਰ ਦਿੰਦਾ। ਤੂੰ ਚੌਂਕ ਵਿੱਚ ਠੂਠਾ ਫੜ ਕੇ ਹੱਥ ਵਿੱਚ ਅੱਜ ਤੋਂ ਬਾਅਦ ਮੰਗੇਗਾ ਨਹੀਂ। ਮੈਂ ਤੈਨੂੰ ਇੰਨਾ ਕੁ ਪੈਸਾ ਦੇ ਦੇਣਾ ਜਿਹਦੇ ਨਾਲ ਤੇਰੀਆਂ 4-5 ਪੀੜ੍ਹੀਆਂ ਬੈਠ ਕੇ ਵੀ ਸੌਖੀਆਂ ਖਾ ਸਕਦੀਆਂ ਨੇ, ਅਤੇ ਪੈਸਾ ਦੇਵਾਂਗਾ ਵੀ ਇੰਨਾ, ਪੈਸਾ ਤੇਰੇ ਕੋਲ ਹੋਏਗਾ ਵੀ ਇੰਨਾ,
ਤੂੰ ਆਪਣੀ ਜ਼ਿੰਦਗੀ ਨੂੰ ਬੜਾ ਸੌਖਾ ਨਿਰਵਾਹ ਕਰ ਸਕਦਾ ਹੈ, ਅਤੇ ਜਿੰਨਾ ਤੂੰ 20-25 ਸਾਲ ਚੌਂਕ ਵਿੱਚ ਬੈਠ ਕੇ ਕਮਾ ਨਹੀਂ ਸੀ ਸਕਦਾ, ਮੈਂ ਇਹਦੋਂ ਵੀ ਦੂਣਾ ਪੈਸਾ ਤੈਨੂੰ ਦੇ ਦੇਵਾਂਗਾ। ਫਕੀਰ ਖੁਸ਼ ਹੋ ਗਿਆ। ਉਸ ਸ਼ਾਹੂਕਾਰ ਨੇ ਉਹਨੂੰ ਬੇਅੰਤ ਪੈਸਾ ਦੇ ਦਿੱਤਾ। ਅਤੇ ਉਹ ਜਿਹੜਾ ਫਕੀਰ ਸੀ, ਜਿਹੜਾ ਮੰਗਤਾ ਸੀ, ਜਦੋਂ ਉੱਥੋਂ ਉੱਠਿਆ, ਉੱਠਣ ਤੋਂ ਪਹਿਲਾਂ ਉਸ ਸ਼ਾਹੂਕਾਰ ਨੇ ਉਹਨੂੰ ਨਵੇਂ ਕੱਪੜੇ ਦਿੱਤੇ, ਨਵਾਂ ਸਿਰ 'ਤੇ ਬੰਨ੍ਹਣ ਵਾਸਤੇ ਪਰਨਾ ਦਿੱਤਾ। ਆਖਿਆ ਤੂੰ ਇਹ ਕੱਪੜੇ ਪਹਿਨ ਲਏ ਅਤੇ ਜਾ ਆਪਣੇ ਘਰ, ਅਤੇ ਅੱਜ ਤੋਂ ਬਾਅਦ ਤੂੰ ਮੈਨੂੰ ਇਸ ਚੌਂਕ ਵਿੱਚ ਬੈਠਾ ਹੋਇਆ ਨਜ਼ਰ ਨਹੀਂ ਆਏਗਾ। ਜਦੋਂ ਜਾਣ ਲੱਗਾ ਅਤੇ ਥੋੜ੍ਹੀ ਜਿਹੀ ਦੂਰ ਤੁਰਿਆ ਜਾਵੇ, ਅਤੇ ਉਹਨੇ ਉਹ ਜਿਹੜੇ ਕੱਪੜੇ ਸਨ ਉਹ ਇੱਕ ਲਿਫਾਫੇ ਦੇ ਵਿੱਚ ਪਾਏ, ਅਤੇ ਲਿਫਾਫੇ 'ਚ ਪਾਉਣ ਤੋਂ ਬਾਅਦ ਉਹਨੇ ਕੱਪੜੇ ਜਿਹੜੇ ਆਪਣੇ ਕੱਛੇ ਮਾਰ ਲਏ। ਜਿਹੜਾ ਠੂਠਾ ਉਹਦੇ ਹੱਥ ਵਿੱਚ ਸੀ ਉਹ ਵੀ ਉਹਨੇ ਹੱਥ ਵਿੱਚ ਫੜਿਆ, ਅਤੇ ਜਿਹੜਾ ਸਿਰ ਦਾ ਪਾਟਾ ਪੁਰਾਣਾ ਪਰਨਾ ਸੀ ਉਹ ਵੀ ਉਹਨੇ ਝੋਲੇ ਵਿੱਚ ਪਾ ਲਿਆ। ਸ਼ਾਹੂਕਾਰ ਉਸ ਫਕੀਰ ਨੂੰ ਕਹਿੰਦਾ ਹਾਂ ਜਿਹੜੀਆਂ ਚੀਜ਼ਾਂ ਤੂੰ ਸੁੱਟ ਦੇ, ਕੋਈ ਫਾਇਦਾ ਨਹੀਂ ਇਹਨਾਂ ਦਾ। ਹੁਣ ਮੈਂ ਤੈਨੂੰ ਆਖਿਆ ਤੂੰ ਅੱਜ ਤੋਂ ਬਾਅਦ ਮੰਗ ਕੇ ਨਹੀਂ ਖਾਣਾ, ਤੂੰ ਫਿਰ ਵੀ ਇਹਨਾਂ ਨੂੰ ਕੱਛੇ ਮਾਰੀ ਬੈਠਾ। ਪਰ ਜਿਹੜੇ ਫਕੀਰ ਦਾ 20-25 ਸਾਲ ਤੋਂ ਇੱਕ ਸੁਭਾਅ ਬਣਿਆ ਹੋਵੇ, ਉਹ ਸੁਭਾਅ ਤਿਆਗਣਾ ਕਿਤੇ ਸੌਖਾ ਹੀ ਹੈ। ਸੁਭਾਅ ਛੱਡਿਆ ਨਹੀਂ ਨਾ ਜਾ ਸਕਦਾ। ਉਹ ਮੰਗਤਾ ਆਪਣਾ ਸੁਭਾਅ ਨਹੀਂ ਸੀ ਛੱਡ ਸਕਦਾ। 1-2 ਦਿਨ ਮੰਗਣ ਲੱਗਿਆ ਲੱਜਤ ਆਉਂਦੀ ਹੈ। ਜਿਹੜਾ ਬੰਦਾ 20-25 ਸਾਲ ਚੌਂਕ ਦੇ ਵਿੱਚ ਬਹਿ ਕੇ ਮੰਗਦਾ ਰਹੇ, ਉਸ ਤੋਂ ਬਾਅਦ ਉਹ ਚੀਜ਼ ਉਹਦੇ ਸੁਭਾਅ ਦਾ ਹਿੱਸਾ ਬਣ ਜਾਂਦੀ ਹੈ। ਅਤੇ ਸਾਡੇ ਜੀਵਨ ਵਿੱਚ ਵੀ ਤਾਂ ਇੱਦਾਂ ਹੀ ਹੈ। ਅਸੀਂ ਜਿਹੜਾ ਕੰਮ 20-25 ਸਾਲ ਤੋਂ ਪੁਰਾਣੇ ਸਮੇਂ ਤੋਂ ਕਰਦੇ ਆਏ ਹਾਂ, ਜਦੋਂ ਇੱਕਦਮ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚੋਂ ਕੋਈ ਚੋਟ ਮਾਰਦਾ ਵੀ ਭਾਈ ਆਹ ਕੰਮ ਨਾ ਕਰੋ, ਅਤੇ ਇੱਕ ਵਾਰੀ ਸਾਨੂੰ ਵੀ ਤਾਂ ਮਾੜਾ ਲੱਗਦਾ ਹੀ ਹੈ ਨਾ ਵੀ ਇਹ ਗੱਲ ਕਿੱਦਾਂ ਕਹਿ ਦਿੱਤੀ, ਇਹ ਗੱਲ ਕਿੱਦਾਂ ਕਹਿ ਦਿੱਤੀ, ਇਹ ਤਾਂ ਹੋ ਨਹੀਂ ਸਕਦਾ। ਅਸੀਂ 20-25 ਸਾਲ ਤੋਂ ਫਿਰ ਗਲਤੀ ਕੰਮ ਕਰਦੇ ਆਏ ਹਾਂ। ਹੁਣ ਫਕੀਰ ਦੇ ਸੁਭਾਅ ਵਿੱਚ ਸੀ ਵੀ ਹੱਥ ਵਿੱਚ ਉਹਨੇ ਠੂਠਾ ਫੜਨਾ ਹੀ ਹੈ। ਸ਼ਾਹੂਕਾਰ ਨੇ ਕਿਹਾ ਸੁੱਟ ਦੇ, ਉਹਨੇ ਸੁੱਟਿਆ ਨਹੀਂ, ਹੱਸ ਕੇ ਕਹਿ ਦਿੱਤਾ ਮੈਂ ਥੋੜ੍ਹਾ ਜਿਹਾ ਦੂਰ ਜਾ ਕੇ ਤੇ ਸੁੱਟ ਦੇਵਾਂਗਾ। ਉਹ ਸ਼ਾਹੂਕਾਰ ਆਪਣੇ ਦਰਵਾਜ਼ੇ ਦੇ ਵਿੱਚੋਂ ਖਲੋਤਾ ਹੋਇਆ ਉਸ ਫਕੀਰ ਵੱਲ ਵੇਖਦਾ ਰਿਹਾ। ਜਦੋਂ ਫਕੀਰ ਥੋੜ੍ਹਾ ਜਿਹਾ ਹੋਰ ਦੂਰ ਗਿਆ, ਉਹਨੇ ਵੇਖਿਆ ਇਹਨੇ ਸੁੱਟਿਆ ਨਹੀਂ, ਅਤੇ ਉਹ ਵਾਪਸ ਫਿਰ ਆਪਣੇ ਘਰ ਨੂੰ ਪਰਤ ਆਇਆ। ਅਤੇ ਮਨ ਵਿੱਚ ਸੋਚਿਆ ਇਹਦੇ ਹੱਥੋਂ ਠੂਠਾ ਜਾ ਨਹੀਂ ਸਕਦਾ, ਇਹ ਠੂਠਾ ਛੱਡ ਨਹੀਂ ਸਕਦਾ, ਕਿਉਂਕਿ ਇਹਦੇ ਸੁਭਾਅ ਦੇ ਵਿੱਚ ਇਹ ਚੀਜ਼ਾਂ ਰਚ ਚੁੱਕੀਆਂ ਨੇ। ਗੰਦੇ ਕੱਪੜੇ ਵੀ ਉਹਨੇ ਕੋਲ ਚੁੱਕੇ ਹੋਏ ਨੇ, ਅਤੇ ਠੂਠਾ ਵੀ ਆਪਣੇ ਕੋਲ ਚੁੱਕਿਆ ਹੋਇਆ ਹੈ। ਮੈਂ ਕਈ ਵਾਰੀ ਇਸ ਚੀਜ਼ ਨੂੰ ਇੱਦਾਂ ਸੋਚਦਾ ਹੁੰਦਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਬੜਾ ਅਮੀਰ ਬਣਾਇਆ ਸੀ, ਬਹੁਤ ਜ਼ਿਆਦਾ ਅਮੀਰ ਬਣਾਇਆ ਸੀ। ਸਾਡੇ ਭਰਮਾਂ ਨੂੰ ਕੱਟਿਆ ਸੀ, ਸਾਡੀਆਂ ਬਿਮਾਰੀਆਂ ਨੂੰ ਦੂਰ ਕੀਤਾ ਸੀ, ਸਾਡੇ ਦੁੱਖਾਂ ਦੀ ਨਿਵਰਤੀ ਕੀਤੀ ਸੀ। ਕਿਹੜੀ ਚੀਜ਼ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਨਹੀਂ ਸੀ ਦਿੱਤੀ? ਸਾਰੀਆਂ ਚੀਜ਼ਾਂ ਦਿੱਤੀਆਂ ਸਨ। ਮਨ ਨੂੰ ਵੀ ਸਮਝਾਇਆ ਸੀ, ਤਨ ਨੂੰ ਵੀ ਚੰਗੇ ਆਹਾਰ ਦੇ ਵਿੱਚ ਲਾਇਆ ਸੀ। ਕਿੰਨਾ ਅਮੀਰ ਬਣਾਇਆ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਨੇ। 239 ਸਾਲ ਦਾ ਸਮਾਂ ਲਾ ਕੇ ਬੰਦੇ ਨੂੰ ਅਮੀਰ ਹੀ ਬਣਾਇਆ ਸੀ। ਪਰ ਸਾਡਾ ਵੀ ਇੱਕ ਸੁਭਾਅ ਬਣਿਆ ਰਿਹਾ। ਅਸੀਂ ਵੀ ਉਸ ਫਕੀਰ ਦੇ ਵਾਂਗੂ, ਉਸ ਮੰਗਤੇ ਦੇ ਵਾਂਗੂ ਹੱਥ ਵਿੱਚ ਫੜੇ ਹੋਏ ਠੂਠੇ ਨੂੰ ਛੱਡ ਨਾ ਸਕੇ। ਅਸੀਂ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਮੀਰੀ ਨੂੰ ਛੱਡ ਕੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੂੰ ਛੱਡ ਕੇ ਬੰਦਿਆਂ ਦੇ ਪੈਰ ਸਾਨੂੰ ਚੰਗੇ ਲੱਗਣ ਲੱਗ ਪਏ। ਅਸੀਂ ਬੰਦਿਆਂ ਨੂੰ ਪੂਜਿਆ। ਜੀਂਦੇ ਬੰਦਿਆਂ ਦੀ ਤਾਂ ਗੱਲ ਛੱਡੋ, ਅਸੀਂ ਮਰੇ ਹੋਇਆਂ ਦੀਆਂ ਕਬਰਾਂ ਨੂੰ ਵੀ ਪੂਜਣਾ ਸ਼ੁਰੂ ਕਰ ਦਿੱਤਾ। ਸਾਨੂੰ ਵੀ ਤਾਂ ਪਾਤਸ਼ਾਹ ਨੇ ਅਮੀਰ ਬਣਾਇਆ ਸੀ ਨਾ, ਪਰ ਅਸੀਂ ਵੀ ਉਸ ਫਕੀਰ ਦੇ ਵਾਂਗ ਆਪਣਾ ਸੁਭਾਅ ਅਜੇ ਤੱਕ ਤਿਆਗ ਨਹੀਂ ਸਕੇ, ਛੱਡ ਨਹੀਂ ਸਕੇ। ਸਾਨੂੰ ਅਮੀਰ ਬਣਾ ਕੇ ਆਖਿਆ ਸੀ ਆਓ, ਜੇ ਹੋਰ ਅਮੀਰ ਹੋਣਾ ਹੈ ਤੇ ਆਓ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਉਹ ਬਾਣੀ ਨੂੰ ਗਾਓ। ਮਹਾਰਾਜ ਇਸ ਬਾਣੀ ਨੂੰ ਗਾਉਣ ਤੋਂ ਬਾਅਦ ਕੀ ਹੋਏਗਾ? ਕਹਿੰਦੇ ਜਿਉ ਨਿਰਮਲ ਬਾਹਰੋਂ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ। ਜਿੱਥੇ ਝੂਠ ਦੀ ਕੋਈ ਖਬਰ ਵੀ ਨਹੀਂ ਪਹੁੰਚ ਸਕਦੀ, ਜਿੱਥੇ ਝੂਠ ਪਹੁੰਚ ਹੀ ਨਹੀਂ ਸਕਦਾ, ਆ ਹੀ ਨਹੀਂ ਸਕਦਾ, ਇਸ ਬਾਣੀ ਨੂੰ ਗਾਉਣ ਨਾਲ ਤੇਰੇ ਮਨ ਵਿੱਚ ਸੱਚ ਦਾ ਪ੍ਰਵੇਸ਼ ਹੋਏਗਾ। ਐਸੀ ਬਾਣੀ ਹੈ। ਪਰ ਅਸੀਂ ਵੀ ਆਪਣਾ ਸੁਭਾਅ ਛੱਡ ਨਹੀਂ ਸਕੇ। ਅਸੀਂ ਆਖਿਆ ਮਹਾਰਾਜ ਬਾਣੀ ਪੜ੍ਹਨੀ ਥੋੜ੍ਹੀ ਔਖੀ ਹੈ, ਗੁੱਟ 'ਤੇ ਸ਼ਾਇਦ ਧਾਗਾ ਧੂਗਾ ਬੰਨ੍ਹ ਕੇ ਸਰਦਾ ਹੈ। ਬਾਣੀ ਪੜ੍ਹਨੀ ਥੋੜ੍ਹੀ ਜਿਹੀ ਔਖੀ ਲੱਗਦੀ ਹੈ,
ਲਾਲ ਰੰਗ ਦਾ ਕਿਸੇ ਕੋਲ ਲਓ ਧਾਗਾ ਤੇ ਗੁੜ ਤੇ ਬੰਨ ਲਓ, ਸ਼ਾਇਦ ਸਾਡੇ ਮਸਲੇ ਇਸੇ ਚੀਜ਼ ਨਾਲ ਹੀ ਹੱਲ ਹੋ ਜਾਣਗੇ। ਅਸੀਂ ਵੀ ਆਪਣੇ ਹੱਥ ਦੇ ਵਿੱਚੋਂ ਉਹ ਮੰਗਤੇ ਵਾਲਾ ਸੁਭਾਅ ਛੱਡਿਆ ਨਹੀਂ ਨਾ। ਕਦੀ ਕਿਸੇ ਕੋਲ ਜਾ ਕੇ ਹੱਥ ਅੱਡਦੇ ਹਾਂ, ਆਹ ਸਾਨੂੰ ਚੀਜ਼ ਦਿਓ, ਕਦੀ ਕਿਸੇ ਅੱਗੇ ਜਾ ਕੇ ਹੱਥ ਟੱਟਦੇ ਹਾਂ, ਵੇਖੋ ਸਾਡੀ ਕਿਸਮਤ ਵਿੱਚ ਕੀ ਲਿਖਿਆ ਹੋਇਆ। ਮਾਫ਼ ਕਰਨਾ, ਸ਼ਬਦ ਥੋੜ੍ਹੇ ਕੌੜੇ ਨੇ। ਘਰ ਦੇ ਵਿੱਚ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਪਾਠ ਰਖਾਇਆ ਹੋਵੇ ਨਾ, ਅਤੇ 3 ਦਿਨ ਪਰਿਵਾਰ ਵਿੱਚੋਂ ਬਹੁਤ ਘੱਟ ਨੇੜੇ ਬਹਿ ਕੇ ਪਾਠ ਸੁਣਿਆ ਜਾਂਦਾ ਹੈ। ਅਤੇ ਜਦੋਂ ਅਖੀਰੀ ਵਕਤ ਆਉਂਦਾ ਹੈ, ਜਿਹੜੀ ਇੱਕ ਕੁੰਭ ਅਤੇ ਨਾਰੀਅਲ ਦੇ ਦੁਆਲੇ ਦੁਆਲੇ ਮੌਲੀ ਬੱਧੀ ਹੁੰਦੀ ਹੈ, ਸਾਰਾ ਟੱਬਰ ਉਸ ਮੌਲੀ ਨੂੰ ਆਪਣੇ ਲਾਲ ਰੰਗ ਦੇ ਧਾਗੇ ਨੂੰ ਗੁੱਟ 'ਤੇ ਬੰਨ੍ਹ ਲੈਂਦਾ ਹੈ। ਅਤੇ ਗੁੱਟ 'ਤੇ ਇਸ ਕਰਕੇ ਬੰਨ੍ਹਿਆ ਜਾਂਦਾ ਹੈ ਵੀ ਸ਼ਾਇਦ ਹੁਣ ਪੜ੍ਹੀ ਹੋਈ ਬਾਣੀ ਦਾ ਅਸਰ ਸਾਡੇ ਇਸ ਧਾਗੇ ਦੇ ਰਾਹੀਂ ਸਾਡੇ ਜੀਵਨ ਦੇ ਵਿੱਚ ਪ੍ਰਵੇਸ਼ ਕਰੇ। ਅਸੀਂ ਵੀ ਤਾਂ ਮੰਗਤੇ ਵਾਲਾ ਸੁਭਾਅ ਨਹੀਂ ਨਾ ਛੱਡਿਆ ਅਜੇ ਤੱਕ। ਅਸੀਂ ਬਾਣੀ ਆਪ ਬਹੁਤ ਘੱਟ ਪੜ੍ਹਦੇ ਹਾਂ। ਬਾਣੀ ਅਸੀਂ ਜਾਂ ਤਾਂ ਭਾਈ ਸਾਹਿਬ ਦੇ ਕੋਲੋਂ ਪੜ੍ਹਾਉਂਦੇ ਹਾਂ ਅਤੇ ਜਾਂ ਫਿਰ ਠੇਕੇ 'ਤੇ ਸਾਰਾ ਕੰਮ ਕਰਵਾ ਦਿੰਦੇ। ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ, ਬੰਦਾ ਬਿਮਾਰ ਹੋਵੇ ਨਾ, ਬੰਦਾ ਬਿਮਾਰ ਹੋਵੇ ਅਤੇ ਦਵਾਈ ਕੋਈ ਦੂਜਾ ਖਾਵੇ, ਬੰਦੇ ਦੀ ਬਿਮਾਰੀ ਠੀਕ ਹੋ ਜਾਏਗੀ? ਕਦੀ ਨਹੀਂ ਹੋ ਸਕਦੀ। ਪਰ ਧਰਮ ਦੀ ਦੁਨੀਆ ਵਿੱਚ ਕੀ ਹੋ ਰਿਹਾ ਹੈ? ਬਿਮਾਰੀ ਕਿਸੇ ਹੋਰ ਨੂੰ ਹੈ, ਦਵਾਈ ਕੋਈ ਹੋਰ ਹੀ ਖਾ ਰਿਹਾ। ਰੋਗ ਕਿਸੇ ਹੋਰ ਨੂੰ ਲੱਗਾ ਹੋਇਆ, ਦਵਾਈ ਕੋਈ ਹੋਰ ਖਾ ਰਿਹਾ। ਰੋਗ ਪਰਿਵਾਰ ਵਾਲਿਆਂ ਨੂੰ ਲੱਗਿਆ ਹੋਇਆ, ਦਵਾਈ ਭਾਈ ਸਾਹਿਬ ਖਾ ਰਹੇ ਨੇ। ਧਰਮ ਦੀ ਦੁਨੀਆ ਵਿੱਚ ਇੱਦਾਂ ਹੀ ਹੋ ਰਿਹਾ। ਕਈ ਤਾਂ ਹੁਣ ਮਾਡਰਨ ਜ਼ਮਾਨਾ ਆ ਗਿਆ, ਕਈ ਤਾਂ ਇਹਦੋਂ ਵੀ ਅੱਗੇ ਲੰਘ ਹੈ। ਬੰਦਾ ਬਾਹਰ ਬੈਠਾ ਹੋਇਆ ਵਿਦੇਸ਼ ਦੇ ਵਿੱਚ, ਪੈਸੇ ਟਰਾਂਸਫਰ ਇੱਥੇ ਕੀਤੇ ਜਾਂਦੇ ਨੇ। ਭਾਈ ਸਾਹਿਬ ਨੂੰ ਕਿਹਾ ਜਾਂਦਾ ਵੀ ਪਾਠ ਕਰ ਦਿਓ, ਹੁਕਮਨਾਮਾ ਈਮੇਲ ਦੇ ਰਾਹੀਂ ਫੇਰ ਵਾਪਸ ਵਿਦੇਸ਼ਾਂ ਨੂੰ ਅਸੀਂ ਤੋਰ ਦਿੰਦੇ ਹਾਂ। ਇਹਦਾ ਰੋਗ ਦਾ ਹੱਲ ਹੋ ਜਾਏਗਾ? ਰੋਜ਼ ਤੁਸੀਂ ਬਾਣੀ ਪੜ੍ਹਦੇ ਹੋ। ਮੈਂ ਬਾਣੀ ਵਿੱਚੋਂ ਬਹੁਤੀ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਤਾਂ ਕਿ ਸੌਖਿਆਂ ਸਮਝ ਲੱਗ ਸਕੇ। ਸਤਿਗੁਰੂ ਕਹਿੰਦੇ ਨੇ ਥਾਲ ਵਿੱਚ 3 ਵਸਤੂ ਪਈਓ। ਇੱਕ ਥਾਲ ਹੈ, 3 ਚੀਜ਼ਾਂ ਨੇ ਉਹਦੇ ਵਿੱਚ। ਕਿਹੜੀ ਕਿਹੜੀ? ਥਾਲ ਵਿੱਚ 3 ਵਸਤੂ ਪਈਓ। ਕਿਹੜੀ ਕਿਹੜੀ ਚੀਜ਼ ਹੈ? ਸਤ ਸੰਤੋਖ ਦੀ ਵਿਚਾਰ, ਸੱਚ ਦੀ ਵਿਚਾਰ। ਅਤੇ ਸੱਚ ਦੀ ਵਿਚਾਰ ਤੋਂ ਬਾਅਦ ਅੰਮ੍ਰਿਤ ਨਾਮ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ। 3 ਚੀਜ਼ਾਂ ਨੇ ਇੱਕ ਥਾਲ ਦੇ ਵਿੱਚ ਪਈਆਂ ਹੋਈਆਂ। ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ। ਪਰ ਇੱਕ ਗੱਲ ਮਹਾਰਾਜ ਨੇ ਨਾਲ ਲਾ ਦਿੱਤੀ। ਸਤਿਗੁਰੂ ਕਹਿੰਦੇ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਪਤਾ ਕਿਹਨਾਂ ਨੂੰ ਹੋਏਗੀ? ਜੇ ਕੋ ਖਾਵੈ, ਜੇ ਕੋਈ ਇਹਨਾਂ ਨੂੰ ਖਾਏਗਾ। ਖਾਣ ਦਾ ਮਤਲਬ ਹੈ ਜੇ ਕੋਈ ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਵਸਾਏਗਾ ਤਾਂ ਹੀ ਹੱਲ ਹੋਏਗਾ ਨਾ। ਭੁੱਖ ਬੰਦੇ ਨੂੰ ਲੱਗੀ ਹੈ, ਰੋਟੀ ਹੋਰ ਕੋਈ ਖਾਏ, ਭੁੱਖਾ ਬੰਦਾ ਰੱਜ ਜਾਏਗਾ? ਕਦੇ ਨਹੀਂ ਰੱਜ ਸਕਦਾ। ਦੁਨਿਆਵੀ ਤੌਰ 'ਤੇ ਅਸੀਂ ਸਿਆਣੇ ਹਾਂ, ਸਮਝਦੇ ਹਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ। ਜਿਹਨੂੰ ਭੁੱਖ ਲੱਗੀ ਹੈ ਰੋਟੀ ਉਹ ਖਾਏਗਾ ਅਤੇ ਰੱਜੇਗਾ। ਪਰ ਧਰਮ ਦੀ ਦੁਨੀਆ ਵਿੱਚ ਆਣ ਕੇ ਪਤਾ ਨਹੀਂ ਸਾਨੂੰ ਕੀ ਹੋ ਜਾਂਦਾ ਹੈ। ਬੰਦਾ ਬਾਹਰ ਵਿਦੇਸ਼ ਵਿੱਚ ਬੈਠਾ ਹੈ, ਭੁੱਖ ਨੂੰ ਉੱਥੇ ਲੱਗੀ ਹੈ, ਰੋਟੀ ਕੋਈ ਦੂਜਾ ਬੰਦਾ ਇੱਥੇ ਖਾ ਰਿਹਾ। ਤ੍ਰਿਪਤ ਕੋਈ ਇੱਥੇ ਹੋ ਰਿਹਾ। ਪਿਆਸ ਕਿਸੇ ਨੂੰ ਲੱਗੀ ਹੈ, ਪਾਣੀ ਕੋਈ ਪੀ ਰਿਹਾ। ਇੱਦਾਂ ਪਿਆਸ ਬੁੱਝ ਜਾਏਗੀ? ਇੱਦਾਂ ਲੱਗੀ ਹੋਈ ਪਿਆਸ ਦਾ ਹੱਲ ਹੋ ਜਾਏਗਾ? ਬਿਮਾਰੀ ਕਿਸੇ ਨੂੰ ਹੈ, ਦਵਾਈ ਕੋਈ ਖਾ ਰਿਹਾ ਹੈ। ਉੱਥੇ ਕਿਸੇ ਨੇ ਪਾਠ ਕਰਵਾਉਣਾ ਸੀ, ਟਾਈਮ ਨਹੀਂ ਸੀ, ਕੰਮਕਾਰ ਇੰਨੇ ਸਨ, ਆਖਿਆ ਇੱਥੇ ਇੰਡੀਆ ਪਾਠ ਕਰਵਾ ਲਓ। ਅਤੇ ਜੇ ਇੱਥੇ ਕਿਸੇ ਨੇ ਪਾਠ ਕਰਵਾਉਣਾ ਹੋਵੇ ਤਾਂ ਪਾਠ ਅਸੀਂ ਆਪ ਨਹੀਂ ਕਰਦੇ, ਭਾਈ ਸਾਹਿਬ ਨੂੰ ਕਹਿੰਦੇ ਵੀ ਭੇਟਾ ਪੂਜਾ ਤੁਹਾਨੂੰ ਪੂਰੀ ਦੇਵਾਂਗੇ, ਸਾਡੇ ਨਾਂ ਦਾ ਪਾਠ ਇੱਕ ਤੁਸੀਂ ਵੀ ਕਰ ਦਿਓ। ਫਿਰ ਉਦੋਂ ਬਾਅਦ 3 ਦਿਨਾਂ ਦੇ ਬਾਅਦ ਅਰਦਾਸ ਕੀਤੀ ਜਾਂਦੀ ਹੈ, ਮਹਾਰਾਜ ਪਰਿਵਾਰ ਵਾਲਿਆਂ ਨੇ ਜਾਂ ਜਿਨ੍ਹਾਂ ਗੁਰਮੁਖ ਪ੍ਰੇਮੀਆਂ ਨੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ, ਤਿਨਾਂ ਦੀ ਸੇਵਾ ਥਾਂ ਪਾਉਣੀ। ਪਤਾ ਹੀ ਹੈ ਵੀ ਕਿੰਨੀ ਕੁ ਦਿਨ ਮਨ ਦੇ ਨਾਲ ਸੇਵਾ ਹੋਈ ਹੈ। ਨੇੜੇ ਦਾ ਕੋਈ ਆਣ ਕੇ ਬੈਠਾ ਨਹੀਂ। ਨੇੜੇ ਕਿੰਨੇ ਆਣ ਕੇ ਬਹਿਣਾ ਸੀ? ਜਦੋਂ ਪਾਠ ਚੱਲਦਾ ਸੀ ਉਦੋਂ ਬਾਹਰ ਸਾਡੀਆਂ ਗੱਲਾਂ ਨਹੀਂ ਸੀ ਮੁੱਕਦੀਆਂ। ਫਿਰ ਹੁੰਦਾ ਇਸ ਤਰ੍ਹਾਂ ਵੀ ਹੈ ਵੀ ਜਦੋਂ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਨਾ, ਜਿੰਨਾ ਚਿਰ ਬੰਦਾ ਜੀਦਾ ਹੈ ਗੁਰੂ ਦੀ ਗੱਲ ਨਹੀਂ ਸੁਣਦਾ। ਅਤੇ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਹੈ ਉਦੋਂ ਫਿਰ ਭਾਈ ਸਾਹਿਬ ਵੀ ਅਰਦਾਸ ਦੇ ਵਿੱਚ ਇਹ ਬੋਲ ਕਹਿ ਦਿੰਦੇ ਨੇ, ਜਿਹੜੀ ਰੂਹ ਸਾਡੇ ਵਿੱਚੋਂ ਵਿਛੜ ਕੇ ਗਈ ਹੈ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਇਸ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ। ਹੁਣ ਨਿਵਾਸ ਕਿਹੜੀ ਗੱਲੋਂ ਬਖਸ਼ਿਆ ਜਾਏ? ਇਹਨੇ ਕੰਮ ਕਿਹੜਾ ਕੀਤਾ ਹੈ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਵਾਲਾ? ਕੀਤਾ ਹੈ ਕੋਈ?
ਨੇੜੇ ਬਹਿ ਕੇ ਬਾਣੀ ਸੁਣੀ ਹੈ? ਜਿੰਨਾ ਚਿਰ ਬੰਦਾ ਜੀਂਦਾ ਸੀ ਬਾਣੀ ਸੁਣੀ ਨਹੀਂ। ਜਦੋਂ ਪ੍ਰਾਣੀ ਚੜ੍ਹਾਈ ਕਰ ਗਿਆ ਤੇ ਫਿਰ ਅਰਦਾਸ ਕੀਤੀ ਜਾਂਦੀ ਹੈ, ਮਹਾਰਾਜ ਜਿਹੜੀ ਬਾਣੀ ਦਾ ਪਾਠ ਪੜ੍ਹਿਆ ਗਿਆ ਇਹਨੂੰ ਧੁਰ ਦਰਗਾਹ ਤੱਕ ਵਿਛੜੀ ਹੋਈ ਆਤਮਾ ਦੇ ਤੱਕ ਪਹੁੰਚਾ ਦੇਣਾ। ਇੱਦਾਂ ਪਹੁੰਚ ਜਾਏਗਾ। ਜੀਂਦੇ ਜੀ ਦਾ ਬੰਦੇ ਦਾ ਪਹੁੰਚਿਆ ਨਹੀਂ। ਇਹ ਸਾਡੀਆਂ ਕਮੀਆਂ ਨੇ, ਕਮਜ਼ੋਰੀਆਂ ਨੇ। ਜਿਹੜੀ ਗੱਲ ਅੱਜ ਦੀ ਇਸ ਪਾਵਨ ਪੌੜੀ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਭਰਮ ਦੀ ਕਰਦੇ ਨੇ, ਇਹੋ ਹੀ ਭਰਮ ਹੈ। ਸਤਿਗੁਰੂ ਕਹਿੰਦੇ ਨੇ ਨਾ, ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ। ਇਹੋ ਹੀ ਭਰਮ ਇਹੋ ਹੀ ਤਾਂ ਹੈ। ਜਿਹੜੀ ਚੀਜ਼ ਅਸੀਂ ਮੰਨ ਕੇ ਬੈਠੇ ਆ ਉਹ ਚੀਜ਼ ਹੈ ਨਹੀਂ। ਮੈਂ ਪਹਿਲਾਂ ਵੀ ਇੱਕ ਦਿਨ ਉਦਾਹਰਨ ਦਿੱਤੀ ਸੀ। ਬੰਦਾ ਵਿਦੇਸ਼ ਦੇ ਵਿੱਚ ਬਿਮਾਰ ਹੈ, ਬਿਮਾਰੀ ਉਹਨੂੰ ਵਿਦੇਸ਼ ਦੇ ਵਿੱਚ ਲੱਗੀ ਹੈ। ਬੰਦਾ ਇਹ ਗੱਲ ਆਖੇ ਵੀ ਇੰਡੀਆ ਦੇ ਵਿੱਚ ਕਿਸੇ ਬੰਦੇ ਨੂੰ ਆਖੇ ਵੀ ਤੂੰ ਫਲਾਣੇ ਡਾਕਟਰ ਕੋਲ ਜਾ ਅਤੇ ਉਹਦੇ ਕੋਲੋਂ ਆਪਰੇਸ਼ਨ ਕਰਾ ਲਾ, ਮੇਰਾ ਟਾਈਮ ਨਹੀਂ, ਬਿਮਾਰੀ ਮੈਨੂੰ ਲੱਗੀ ਹੈ, ਆਪਰੇਸ਼ਨ ਤੂੰ ਕਰਾ। ਬੰਦਾ ਕਰਾਏਗਾ? ਉਹ ਆਖੇਗਾ ਨਾ ਭਾਈ, ਬਿਮਾਰੀ ਤੈਨੂੰ ਲੱਗੀ ਹੈ ਅਤੇ ਇਲਾਜ ਵੀ ਤੈਨੂੰ ਕਰਵਾਉਣਾ ਪਏਗਾ। ਜੇ ਦੁੱਖ ਤੈਨੂੰ ਹੈ ਤਾਂ ਇਲਾਜ ਵੀ ਤੇਰੇ ਕੋਲ ਹੈ। ਤੂੰ ਡਾਕਟਰ ਕੋਲ ਜਾ ਅਤੇ ਇਲਾਜ ਕਰਵਾ ਲੈ। ਉਹ ਆਖੇ ਮੇਰੇ ਕੋਲ ਟਾਈਮ ਨਹੀਂ। ਉਹ ਆਂਦਾ ਟਾਈਮ ਹੈਗਾ, ਨਹੀਂ ਹੈਗਾ, ਇਲਾਜ ਤਾਂ ਤੈਨੂੰ ਹੀ ਕਰਵਾਉਣਾ ਪੈਣਾ ਹੈ। ਪਰ ਧਰਮ ਦੀ ਦੁਨੀਆ ਵਿੱਚ ਇੱਦਾਂ ਨਹੀਂ ਕੀਤਾ ਜਾਂਦਾ। ਧਰਮ ਦੀ ਸਾਡੇ ਕੋਲ ਟਾਈਮ ਨਹੀਂ, ਭਾਈ ਸਾਹਿਬ ਨੂੰ ਪੈਸੇ ਦੇ ਦਿਓ, ਆਪੇ ਪਾਠ ਪੜ੍ਹ ਲੈਣਗੇ। ਆਪੇ 3 ਦਿਨ ਪਾਠ ਪੜ੍ਹਨ ਤੋਂ ਬਾਅਦ ਸਾਡੀਆਂ ਮੁਸ਼ਕਿਲਾਂ ਹੱਲ ਹੋ ਜਾਣਗੀਆਂ। ਫਿਰ ਜਦੋਂ ਭੋਗ ਦਾ ਦਿਨ ਆਉਂਦਾ ਹੈ, ਸਵੇਰੇ ਸਵੇਰੇ ਭਾਈ ਸਾਹਿਬ ਗੁਰਦੁਆਰੇ ਦੇ ਵਿੱਚ ਬਾਬਾ ਕਬੀਰ ਸਾਹਿਬ ਜੀ ਦੇ, ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਪੜ੍ਹ ਰਹੇ ਨੇ। ਘਰ ਦੇ ਵਿੱਚ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ। ਕਿਸੇ ਨੂੰ ਕੋਈ ਪ੍ਰਵਾਹ ਨਹੀਂ। ਕੋਈ ਟੈਂਟ ਲੈਣ ਤੁਰਿਆ ਜਾਂਦਾ ਹੈ, ਕੋਈ ਰੋਟੀ ਪਾਣੀ ਦਾ ਪ੍ਰਬੰਧ ਕਰ ਰਿਹਾ ਹੈ, ਕੋਈ ਨਹਾਉਣ ਧੋਣ ਦੇ ਆਰ ਦੇ ਵਿੱਚ ਲੱਗਾ ਹੋਇਆ। ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਬਾਬਾ ਫਰੀਦ ਸਾਹਿਬ ਜੀ ਦੇ, ਬਾਬਾ ਕਬੀਰ ਸਾਹਿਬ ਜੀ ਦੇ ਸ਼ਲੋਕ ਲੰਘ ਜਾਂਦੇ ਨੇ। ਪਤਾ ਹੀ ਨਹੀਂ ਲੱਗਦਾ ਇਹਨਾਂ ਚੀਜ਼ਾਂ ਦਾ। ਉਦੋਂ ਬਾਅਦ ਪਰਿਵਾਰ ਨੇ ਤਨ ਮਨ ਧਨ ਨਾਲ ਸੇਵਾ ਕੀਤੀ ਹੈ। ਇਹਨਾਂ ਦੀ ਸੇਵਾ ਥਾਂ ਪਾਉਣੀ। ਫਿਰ ਅਖੀਰ ਦੇ ਇਹ ਵੀ ਸ਼ਬਦ ਵਰਤੇ ਜਾਂਦੇ ਨੇ ਵੀ ਮਹਾਰਾਜ ਤਨ ਮਨ ਧਨ ਨਾਲ ਜਿੱਥੇ ਪਰਿਵਾਰ ਨੇ ਸੇਵਾ ਕੀਤੀ ਹੈ, ਇੱਕ ਤਾਂ ਇਹਨਾਂ ਦੀ ਸੇਵਾ ਥਾਂ ਪਾਉਣੀ, ਦੂਜੀ ਜਿਨ੍ਹਾਂ ਖਜ਼ਾਨਿਆਂ 'ਚੋਂ ਮਾਇਆ ਆਈ ਆ ਉਹ ਖਜ਼ਾਨੇ ਵੀ ਭਰਪੂਰ ਕਰਨੇ। ਅਤੇ ਖਜ਼ਾਨੇ ਵਿਚਾਰੇ ਭਰਪੂਰ ਸਾਡੇ ਕਿੱਥੋਂ ਹੋਣੇ? ਮਾਇਆ ਤਾਂ ਅਸੀਂ ਕਿਸੇ ਕੋਲੋਂ ਚੁੱਕ ਕੇ ਪਾਠ 'ਤੇ ਲਾਈ ਹੁੰਦੀ ਹੈ। ਅਤੇ ਖਜ਼ਾਨੇ ਫਿਰ ਸਾਡੇ ਭਰਪੂਰ ਹੋਣਗੇ ਕਿ ਦੂਜੇ ਦੇ ਭਰਪੂਰ ਹੋਣਗੇ? ਬੜੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਭਰਮ ਦੇ ਵਿੱਚ ਹੀ ਭੁੱਲੇ ਹੋਏ ਹਾਂ। ਜਦੋਂ ਪ੍ਰਾਣੀ ਚੜ੍ਹਾਈ ਕਰਦਾ, ਪ੍ਰਾਣੀ 'ਤੇ ਚੜ੍ਹਾਈ ਕਰਨ ਵਕਤ ਕੀ ਕੀਤਾ ਜਾਂਦਾ ਹੈ? ਗੁਰਦੁਆਰੇ ਮੰਜਾ, ਬਿਸਤਰਾ, ਭਾਂਡੇ, ਸਾਰੀਆਂ ਚੀਜ਼ਾਂ ਦਾਨ ਕਰ ਦਿਓ। ਤੁਸੀਂ ਵੇਖਿਆ ਨਾ ਗੁਰਦੁਆਰਿਆਂ ਦੇ ਵਿੱਚ ਬਹੁਤੇ ਪੁਰਾਣੇ ਜਿਹੇ ਮੰਜੇ ਪਏ ਹੁੰਦੇ। ਉਹਨਾਂ ਦਾ ਕੀ ਮਤਲਬ ਹੈ ਭਲਾ? ਵੀ ਜਿਹੜਾ ਪ੍ਰਾਣੀ ਚੜ੍ਹਾਈ ਕਰ ਗਿਆ ਹੈ ਨਾ, ਹੁਣ ਜਿਹੜਾ ਮੰਜਾ ਹੈ ਇਹ ਉੱਤੇ ਪਹੁੰਚੇਗਾ। ਗੁਰਦੁਆਰੇ ਆਪੇ ਮੰਜਾ ਚੜ੍ਹਾਓ। ਹੋ ਸਕਦਾ ਕਿਤੇ ਇਹਦੀ ਰੂਹ ਨੂੰ, ਵਿਚਾਰੀ ਨੂੰ ਮੰਜਾ ਚਾਹੀਦਾ ਹੋਵੇ। ਹੋ ਸਕਦਾ ਇਹਦੀ ਕਿਤੇ ਵਿਚਾਰੇ ਦੀ ਰੂਹ ਉੱਤੇ ਕੋਈ ਮੰਜਾ ਮੰਗਦੀ ਹੋਵੇ। ਇਹ ਸਾਰੇ ਸਾਡੇ ਭਰਮ ਨੇ। ਆਸਾ ਦੀ ਵਾਰ ਤੁਸੀਂ ਰੋਜ਼ ਸ਼ਰਵਣ ਕਰਦੇ ਹੋ, ਕੀਰਤਨ ਹੁੰਦਾ ਆਸਾ ਦੀ ਵਾਰ ਦਾ ਗੁਰਦੁਆਰੇ ਦੇ ਵਿੱਚ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਬੜਾ ਪਿਆਰਾ ਬਿਰਤਾਂਤ ਆਸਾ ਦੀ ਵਾਰ ਦੇ ਵਿੱਚ ਸਿਰਜਿਆ। ਸੁਣਿਓ ਭਰਮ ਕੀ ਹੈ। ਸਤਿਗੁਰੂ ਕਹਿੰਦੇ ਨੇ, ਜੇ ਮੁਹਾਕਾ ਕਰ ਮੂੰਹ ਹੈ। ਹੁਣ ਜਦੋਂ ਸ਼ਰਾਧਾਂ ਦੇ ਦਿਨ ਆਉਂਦੇ ਨੇ ਨਾ, ਅਤੇ ਸ਼ਰਾਧਾਂ ਦੇ ਦਿਨ ਵਿੱਚ ਪੰਡਤ ਕਹਿੰਦਾ ਸੀ, ਜੇਕਰ ਆਪਣੇ ਬਜ਼ੁਰਗਾਂ ਨੂੰ, ਤੁਸੀਂ ਮਰ ਚੁੱਕਿਆਂ ਨੂੰ ਉੱਪਰ ਭੋਜਨ ਪਹੁੰਚਾਉਣਾ ਚਾਹੁੰਦੇ ਹੋ ਨਾ, ਅਤੇ ਤੁਸੀਂ ਘਰ ਵਿੱਚ ਮੈਨੂੰ ਸੱਦ ਕੇ ਭੋਜਨ ਖਵਾਓ ਅਤੇ ਮੈਂ ਖਾਧਾ ਹੋਇਆ ਭੋਜਨ ਉੱਪਰ ਮਰ ਚੁੱਕੇ ਪ੍ਰਾਣੀ ਤੱਕ ਪਹੁੰਚਾਵਾਂਗਾ। ਇਹ ਪੰਡਤ ਕਹਿੰਦਾ ਸੀ। ਸਿੱਖੀ ਦੀ ਮਰਿਆਦਾ ਨਹੀਂ ਹੈ। ਇਹ ਸਿੱਖੀ ਦੀ ਮਰਿਆਦਾ ਨਹੀਂ ਸੀ। ਅੱਜ ਅਸੀਂ ਪੰਡਤ ਨੂੰ ਬੁਲਾ ਨਹੀਂ ਸੀ ਸਕਦੇ। ਅੱਜ ਅਸੀਂ ਭਾਈ ਸਾਹਿਬ ਨੂੰ ਘਰ ਵਿੱਚ ਬੁਲਾ ਕੇ ਪ੍ਰਸ਼ਾਦਾ ਛਕਾਉਣਾ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ ਖਲੋਤੇ ਹੋਏ ਹਾਂ ਅਸੀਂ। ਭਰਮ ਤੋਂ ਕਿਤੇ ਦੂਰ ਨਹੀਂ ਗਏ। ਜੀਵਨ ਸਾਡਾ ਉੱਥੇ ਹੀ ਹੈ। ਅਸੀਂ ਪੰਡਤ ਨੂੰ ਸੱਦ ਨਹੀਂ ਸੀ ਸਕਦੇ। ਘਰ ਵਿੱਚ ਭਾਈ ਜੀ ਨੂੰ ਆਖਿਆ ਵੀ ਤੁਸੀਂ ਸਾਡੇ ਘਰ ਵਿੱਚ ਆਣ ਕੇ ਪ੍ਰਸ਼ਾਦਾ ਛਕੋ, ਅਤੇ ਜਿਹੜੀ ਰੂਹ ਸਾਡੇ ਵਿੱਚੋਂ ਵਿਛੜ ਚੁੱਕੀ ਹੈ, ਜਿਹੜਾ ਪ੍ਰਾਣੀ ਸਾਡੇ ਵਿੱਚੋਂ ਚੜ੍ਹਾਈ ਕਰ ਚੁੱਕਾ ਹੈ, ਇਹ ਪ੍ਰਸ਼ਾਦਾ ਹੁਣ ਉਹਦੇ ਤੱਕ ਪਹੁੰਚੇਗਾ। ਇਹ ਪ੍ਰਸ਼ਾਦਾ ਉਹਦੇ ਤੱਕ ਪਹੁੰਚੇਗਾ। ਇਹ ਗੱਲਾਂ ਬ੍ਰਾਹਮਣ ਕਹਿੰਦਾ ਸੀ। ਇਹ ਤਾਂ ਫਿਰ ਇੱਦਾਂ ਹੋਇਆ ਵੀ ਚਿੱਠੀ ਕਿਸੇ ਹੋਰ ਡਾਕ ਘਰ ਦੇ ਵਿੱਚ ਪਾਈ ਦੀ ਹੈ, ਨਿਕਲਦੀ ਕਿਸੇ ਹੋਰ ਥਾਂ ਹੈ। ਭੋਜਨ ਖਾਂਦਾ ਪੁਜਾਰੀਏ ਤੇ ਪਹੁੰਚਦਾ ਕਿਸੇ ਦੂਜੀ ਥਾਂ 'ਤੇ। ਗਿਆਨੀ ਦੇਵ ਸਿੰਘ ਜੀ ਨੇ ਇੱਕ ਬੜੀ ਪਿਆਰੀ ਗੱਲ ਕੀਤੀ ਹੈ। ਗਿਆਨੀ ਦੇਵ ਸਿੰਘ ਜੀ ਕਹਿੰਦੇ ਨੇ,
ਅਸੀਂ ਕਹਿੰਦੇ ਹਾਂ ਵੀ 84 ਲੱਖ ਜੂਨਾਂ ਵਿੱਚ ਬੰਦਾ ਪੈਂਦਾ, ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਸ 84 ਲੱਖ ਜੂਨਾਂ ਨੂੰ ਨਹੀਂ ਮੰਨਦੀ ਜਿਹੜੀਆਂ ਅਸੀਂ ਮੰਨਦੇ ਹਾਂ। ਮਹਾਰਾਜ ਕਹਿੰਦੇ ਜੀਂਦੇ ਜੀ ਬੰਦਾ ਜੂਨਾਂ ਦੇ ਵਿੱਚ ਆਉਂਦਾ। ਚਲੋ ਮੰਨ ਲਓ, ਗਿਆਨੀ ਦਿੱਤ ਸਿੰਘ ਜੀ ਨੇ ਸਮਝਾਇਆ ਵੀ ਮੰਨ ਲਓ ਪ੍ਰਾਣੀ ਚੜ੍ਹਾਈ ਕਰ ਗਿਆ, ਬਾਪੂ ਚੜ੍ਹਾਈ ਕਰ ਗਿਆ ਅਤੇ ਅੱਗੇ ਜਾ ਕੇ ਕਿਸੇ ਹੋਰ ਜੂਨ ਦੇ ਵਿੱਚ ਪੈ ਗਿਆ। ਪ੍ਰਾਣੀ ਚੜ੍ਹਾਈ ਕਰ ਗਿਆ ਅਤੇ ਅੱਗੇ ਜਾ ਕੇ ਕਿਸੇ ਪਸ਼ੂ ਦੀ ਜੂਨ ਦੇ ਵਿੱਚ ਪੈ ਗਿਆ। ਕਹਿੰਦੇ ਫਿਰ ਜਿਹੜਾ ਘਰ ਵਿੱਚ ਸੱਦਿਆ ਹੋਇਆ ਪੁਜਾਰੀ ਹੈ ਉਹਨੂੰ ਰੋਟੀ ਨਹੀਂ ਖਵਾਉਣੀ ਚਾਹੀਦੀ। ਇਹ ਵੇਖੋ ਵੀ ਕਿਹੜੀ ਜੂਨ ਵਿੱਚ ਪਿਆ ਹੈ। ਇਹ ਮੈਂ ਨਹੀਂ ਕਹਿੰਦਾ, ਗਿਆਨੀ ਦਿੱਤ ਸਿੰਘ ਜੀ ਕਹਿੰਦੇ ਨੇ, ਜਿਨ੍ਹਾਂ ਨੇ ਸਿੰਘ ਸਭਾ ਲਹਿਰ ਦੇ ਵਿੱਚ ਬਾਕਮਾਲ ਕੰਮ ਕੀਤਾ ਹੈ। ਉਹ ਕਹਿੰਦੇ ਵੀ ਜਿਹੜਾ ਬੰਦਾ ਮਰ ਗਿਆ ਫਿਰ ਉਹਨੂੰ ਰੋਟੀ ਨਹੀਂ ਖਵਾਉਣੀ ਚਾਹੀਦੀ। ਜਦੋਂ ਪੈ ਹੀ ਹੋਰ ਕਿਸੇ ਜੂਨ ਵਿੱਚ ਪਿਆ ਤੇ ਉਹਦੇ ਸਾਹਮਣੇ ਪੱਠੇ ਰੱਖੋ ਫਿਰ, ਕਿਉਂਕਿ ਉਹਨੂੰ ਤੁਹਾਨੂੰ ਪੱਠੇ ਹੀ ਚੰਗੇ ਲੱਗਦੇ ਨੇ ਨਾ। ਅਤੇ ਜੇ ਉਹ ਤੋਤੇ ਦੀ ਜੂਨ ਵਿੱਚ ਪੈ ਗਿਆ ਤੇ ਉਹਨੂੰ ਚੂਰੀ ਕੁੱਟ ਕੇ ਉਹਦੇ ਅੱਗੇ ਰੱਖੋ, ਤੋਤੇ ਨੂੰ ਤਾਂ ਉਹੀ ਚੰਗੀ ਲੱਗਦੀ ਹੈ ਨਾ। ਜੇ ਉਹ ਕਿਸੇ ਹੋਰ ਜਾਨਵਰ ਦੀ ਜੂਨ ਵਿੱਚ ਪੈ ਗਿਆ ਤੇ ਜਿਹੋ ਜਿਹਾ ਉਹਦਾ ਖਾਣਾ ਹੈ ਉਹਦੇ ਸਾਹਮਣੇ ਉਹ ਚੀਜ਼ਾਂ ਪਰੋਸ ਕੇ ਅੱਗੇ ਰੱਖੋ। ਹੁਣ ਉਹਦਾ ਰੋਟੀ ਦੇ ਨਾਲ ਕੀ ਵਾਹ ਵਾਸਤਾ ਹੈ? ਉਹ ਹੁਣ ਰੋਟੀ ਕਿੱਦਾਂ ਖਾਏਗਾ? ਇਹ ਸਾਰੇ ਸਾਡੇ ਜੀਵਨ ਦੇ ਵਿੱਚ ਬਣੇ ਹੋਏ ਭਰਮ ਨੇ। ਘਰ ਵਿੱਚ ਸੱਦ ਕੇ ਪ੍ਰਸ਼ਾਦਾ ਛਕਾਓ, ਫਿਰ ਉਦੋਂ ਬਾਅਦ ਵਿਛੜੀ ਹੋਈ ਆਤਮਾ ਤੱਕ ਇਸ ਪ੍ਰਸ਼ਾਦੇ ਨੂੰ ਲੈ ਕੇ ਜਾਓ, ਇਸ ਪ੍ਰਸ਼ਾਦੇ ਨੂੰ ਬਚਾਓ। ਸਤਿਗੁਰੂ ਕਹਿੰਦੇ ਨੇ ਛੱਡੋ ਇਹਨਾਂ ਭਰਮਾਂ ਨੂੰ, ਕੁਝ ਨਹੀਂ ਰੱਖਿਆ ਇਹਨਾਂ ਭਰਮਾਂ ਦੇ ਵਿੱਚ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਤਾ ਕੀ ਕਹਿੰਦੇ ਨੇ? ਸਤਿਗੁਰੂ ਕਹਿੰਦੇ ਜੇ ਮੁਹਾਕਾ ਘਰ ਮੋਹੈ, ਘਰ ਮੋਹੈ ਪਿਤਰੀ ਦੇ, ਅੱਗੇ ਵਸਤ ਸਿਆਣੀਐ ਪਿਤਰੀ ਚੋਰ ਕਰੈ, ਵੱਡੀਆਂ ਹੱਥ ਦਲਾਲ ਕੈ ਮੁਸਫੀ ਇਹ ਕਰੇ ਨਾਨਕ, ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ। ਇੱਕ ਚੋਰ ਹੈ, ਕਿਸੇ ਦੇ ਘਰ ਵਿੱਚੋਂ ਚੋਰੀ ਕਰਦਾ ਅਤੇ ਕਿਸੇ ਦੇ ਘਰ 'ਚੋਂ ਚੋਰੀ ਕਰਨ ਤੋਂ ਬਾਅਦ ਸਮਾਨ ਚੁੱਕ ਕੇ ਅਤੇ ਆਪਦੇ ਘਰ ਵਿੱਚ ਲੈ ਆਉਂਦਾ ਹੈ। ਘਰ ਦੇ ਵਿੱਚ ਪੰਡਤ ਆਉਂਦਾ ਹੈ, ਆਣ ਕੇ ਅਰਦਾਸ ਕਰਦਾ ਹੈ, ਮਹਾਰਾਜ ਜਿਹੜੀ ਰੂਹ ਚਰਨਾਂ ਦੇ ਵਿੱਚੋਂ ਵਿਛੜ ਚੁੱਕੀ ਹੈ, ਹੁਣ ਇਹ ਸਾਰਾ ਭਾਂਡਾ ਟੀਂਡਾ ਉਹਨਾਂ ਦੇ ਤੱਕ ਪਹੁੰਚਾ ਦੇਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਸਾਰਾ ਭਾਂਡਾ ਟੀਂਡਾ ਜਿਹੜਾ ਉਹਨਾਂ ਤੱਕ ਪਹੁੰਚਾ ਦੇਣਾ। ਇੱਕ ਬਿਰਤਾਂਤ ਸਿਰਜਿਆ ਉਹਨਾਂ ਨੇ, ਉਦਾਹਰਨ ਦਿੱਤੀ ਹੈ। ਕਹਿੰਦੇ ਸਾਰਾ ਭਾਂਡਾ ਟੀਂਡਾ ਉੱਪਰ ਪਹੁੰਚ ਗਿਆ, ਮੰਜਾ ਵੀ ਪਹੁੰਚ ਗਿਆ, ਮੰਨ ਲਓ ਬਿਸਤਰਾ ਵੀ ਪਹੁੰਚ ਗਿਆ, ਅਤੇ ਜਿਨ੍ਹਾਂ ਦੇ ਘਰ ਦੇ ਵਿੱਚੋਂ ਉਹ ਚੀਜ਼ ਚੋਰੀ ਕਰਕੇ ਲਿਆਂਦੀ ਹੈ, ਹੁਣ ਉਹਨਾਂ ਦਾ ਬਾਪੂ ਵੀ ਚੜ੍ਹਾਈ ਕਰਕੇ ਉੱਪਰ ਬੈਠਾ ਹੋਇਆ, ਅਤੇ ਜਿਹੜੇ ਬੰਦੇ ਨੇ ਇਹ ਚੀਜ਼ ਉੱਪਰ ਪਹੁੰਚਾਈ ਹੈ ਇਹਨਾਂ ਦਾ ਬਾਪੂ ਵੀ ਬੈਠਾ ਹੋਇਆ। ਜਦੋਂ ਕਹਿੰਦੇ ਭਾਂਡੇ ਉੱਪਰ ਪਹੁੰਚ ਗਏ ਜਿੱਥੇ ਵਿਚਾਰੇ ਬੈਠੇ ਹੋਏ ਸਨ, ਅਤੇ ਜਿਹੜਾ ਪਹਿਲਾ ਬੰਦਾ ਉੱਥੇ ਚੜ੍ਹਾਈ ਕਰਕੇ ਗਿਆ ਸੀ ਉਹਨੇ ਪਛਾਣ ਲਿਆ ਵੀ ਇਹ ਤਾਂ ਬਰਤਨ ਸਾਡੇ ਨੇ, ਇਹ ਤਾਂ ਭਾਂਡੇ ਸਾਡੇ ਨੇ, ਤੁਸੀਂ ਸਾਡੇ ਘਰ ਵਿੱਚੋਂ ਭਾਂਡੇ ਚੋਰੀ ਕਰਕੇ ਚੁੱਕ ਕੇ ਲੈ ਕੇ ਆਏ ਹੋ, ਇਹ ਤਾਂ ਸਾਡੇ ਬਰਤਨ ਨੇ। ਉਹਨਾਂ ਦੋਵਾਂ ਦੇ ਵਿੱਚ ਲੜਾਈ ਪੈਦਾ ਹੋ ਗਈ ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪੰਡਤ ਨੂੰ ਸਮਝਾਉਂਦੇ ਨੇ, 10 ਪੰਡਤ ਤੇਰੀ ਇਹੋ ਜਿਹੀ ਰੀਤ ਦਾ ਫਿਰ ਕੀ ਫਾਇਦਾ ਹੈ ਜਿਹੜੀ ਮਰ ਚੁੱਕਿਆਂ ਤੋਂ ਬਾਅਦ ਵੀ ਲੜਾਈ ਪੈਦਾ ਕਰੇ। ਘਰ ਵਿੱਚ ਜੀਂਦੇ ਜੀ ਬਜ਼ੁਰਗਾਂ ਦੀ ਸੇਵਾ ਨਹੀਂ ਕੀਤੀ ਜਾਂਦੀ ਅਤੇ ਮਰਨ ਤੋਂ ਬਾਅਦ ਸੱਚ ਜਾਣਿਓ ਅਡੰਬਰ ਕੀਤੇ ਜਾਂਦੇ ਨੇ ਵੱਡੇ ਵੱਡੇ। ਜੀਂਦੇ ਜੀ ਬਜ਼ੁਰਗਾਂ ਨੂੰ ਰੋਟੀ ਨਹੀਂ ਪੁੱਛੀ ਜਾਂਦੀ ਅਤੇ ਮਰਨ ਤੋਂ ਬਾਅਦ ਉਹਨਾਂ ਦੇ ਭੋਗ 'ਤੇ ਬਹੁਤ ਮਠਿਆਈਆਂ ਪਾਈਆਂ ਜਾਂਦੀਆਂ ਨੇ, ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਨੇ ਵੀ ਲੋਕ ਇਹ ਆਖਣ ਵੀ ਇਹਨਾਂ ਨੇ ਤਾਂ ਆਪਣੇ ਬਜ਼ੁਰਗ ਦੀ ਸੇਵਾ ਹੀ ਬਹੁਤ ਕੀਤੀ ਹੈ। ਜਿੰਨਾ ਚਿਰ ਬਜ਼ੁਰਗ ਘਰ ਦੇ ਵਿੱਚ ਜੀਂਦਾ ਉਹਨੂੰ ਮੰਜਾ ਨਹੀਂ ਚੰਗਾ ਜੋੜਦਾ, ਉਹਦੇ ਕੋਲ ਬਿਸਤਰਾ ਚੰਗਾ ਨਹੀਂ ਹੁੰਦਾ, ਅਤੇ ਮਰਨ ਤੋਂ ਬਾਅਦ ਗੁਰਦੁਆਰੇ ਚੰਗੀਆਂ ਚੰਗੀਆਂ ਰਜਾਈਆਂ ਅਤੇ ਬਿਸਤਰੇ ਦਿੱਤੇ ਜਾਂਦੇ ਨੇ। ਇਹ ਅਡੰਬਰ ਹੈ ਸਾਡੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਆਖਿਆ ਛੱਡੋ ਇਹਨਾਂ ਚੀਜ਼ਾਂ ਨੂੰ, ਕੱਖ ਨਹੀਂ ਰੱਖਿਆ। ਮਹਾਰਾਜ ਕਹਿੰਦੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ, ਪਿਆਰਿਓ ਅੱਗੇ ਉਹੋ ਹੀ ਚੀਜ਼ ਮਿਲੇਗੀ ਜਿਹੜੀ ਚੀਜ਼ ਸੱਚਮੁੱਚ ਹੀ ਬੰਦਾ ਆਪਣੇ ਇਸ ਜੀਵਨ ਦੇ ਵਿੱਚ ਕਮਾ ਰਿਹਾ ਹੈ ਅਤੇ ਹੰਢਾ ਰਿਹਾ ਹੈ। ਅੱਜ ਦੇ ਇਸ ਪਾਵਨ ਪਾਠ ਅੰਦਰ, ਪੌੜੀ ਅੰਦਰ ਗਰੀਬ ਨਵਾਜ਼ ਬਖਸ਼ਿਸ਼ ਕਰਦੇ ਨੇ, ਕਹਿੰਦੇ ਭਰਮ ਵਿੱਚ ਦੁਨੀਆ ਭੁੱਲੀ ਹੋਈ ਹੈ ਅਤੇ ਦੂਜੇ ਦੇ ਪਿਆਰ ਵਿੱਚ ਲੱਗੀ ਹੋਈ ਹੈ। ਸਤਿਗੁਰੂ ਕਹਿੰਦੇ ਨੇ ਲੱਖ ਸ਼ਿੰਗਾਰ ਬਣਾਇਆ, ਜਿੰਨੇ ਮਰਜ਼ੀ ਤੂੰ ਸ਼ਿੰਗਾਰ ਬਣਾ ਲੈ, ਜਿੰਨੇ ਮਰਜ਼ੀ ਸ਼ਿੰਗਾਰ ਬਣਾ ਲੈ, ਜਿੰਨੀਆਂ ਮਰਜ਼ੀ ਲਿੰਬੀਆਂ ਪੋਚੀਆਂ ਗੱਲਾਂ ਕਰ ਲੈ, ਪਰ ਜੇ ਕਿਤੇ ਤੇਰੀ ਅੰਦਰੋਂ ਸੁਰਤ ਪਰਮਾਤਮਾ ਦੇ ਨਾਲ ਨਾ ਜੁੜੀ, ਸਾਰੇ ਸ਼ਿੰਗਾਰ ਹੀ ਤੇਰੇ ਵਿਅਰਥ ਨੇ। ਸਾਰੇ ਸ਼ਿੰਗਾਰ, ਪਾਠ ਕੀਤਾ ਹੋਇਆ ਵੀ ਵਿਅਰਥ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇੱਕ ਅਸ਼ਟਪਦੀ ਹੈ ਸੋਠ ਰਾਗ ਦੇ ਵਿੱਚ। ਸਤਿਗੁਰੂ ਕਹਿੰਦੇ ਨੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁੰਗਮ ਸਾਧੇ। ਪਾਠ ਬੰਦੇ ਨੇ ਕੀਤਾ, ਵੇਦਾਂ ਦੀ ਵਿਚਾਰ ਕੀਤੀ, ਸਮਾਧੀਆਂ ਲਾਈਆਂ, ਤਪ ਕੀਤੇ। ਕਹਿੰਦੇ ਪੰਜ ਜਨਾਂ ਸੇ ਸੰਗ ਨਾ ਛੁਟਕਿਓ, ਤੇਰਾ ਪੰਜਾਂ ਦੇ ਨਾਲ ਸੰਬੰਧ ਛੁੱਟਿਆ ਹੀ ਨਹੀਂ।
ਜੇ ਪੰਜਾਂ ਵਿਕਾਰਾਂ ਦੇ ਨਾਲ ਸੰਬੰਧ ਨਹੀਂ ਛੁੱਟਿਆ ਤੇ ਤੇਰਾ ਪਾਠ ਕੀਤੇ ਦਾ ਵੀ ਕੋਈ ਮਤਲਬ ਨਹੀਂ, ਪਾਠ ਕੀਤੇ ਦਾ ਕੋਈ ਅਰਥ ਨਹੀਂ। ਸਤਿਗੁਰੂ ਕਹਿੰਦੇ ਲੱਖ ਸ਼ਿੰਗਾਰ ਬਣਾਇਆ, ਰੱਬ ਨੂੰ ਮਿਲਣ ਵਾਸਤੇ ਜਿੰਨੇ ਸ਼ਿੰਗਾਰ ਕੀਤੇ ਸਨ, ਜੇ ਰੱਬ ਜੀਵਨ ਵਿੱਚ ਨਹੀਂ ਆਇਆ ਤੇ ਕੀ ਫਾਇਦਾ ਤੇਰੇ ਸ਼ਿੰਗਾਰ ਦਾ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਕਹਿੰਦੇ ਜੇਤ ਦਿਨ ਦੇ ਬਿਨਸ ਸੀ, ਜਦੋਂ ਇਹ ਦੇਹ ਛੁੱਟ ਜਾਏਗੀ ਤਿਤ ਵੇਲੇ ਕਹਿਸਨ ਪ੍ਰੇਤ, ਜਦੋਂ ਤੇਰਾ ਜੀਵਨ ਗੁਰੂ ਵਾਲੇ ਪਾਸੇ ਤੋਂ ਮਰ ਜਾਏਗਾ ਤੇ ਸਾਰੀ ਦੁਨੀਆ ਤੈਨੂੰ ਪ੍ਰੇਤ ਕਹੇਗੀ, ਸਾਰੀ ਦੁਨੀਆ ਤੈਨੂੰ ਮਾੜਾ ਕਹੇਗੀ, ਸਾਰੀ ਦੁਨੀਆ ਤੇਰੇ ਤੇ ਫਿਟਕਾਰ ਪਾਏਗੀ। ਸਤਿਗੁਰੂ ਕਹਿੰਦੇ ਜੇਤ ਦਿਨ ਦੇ ਬਿਨਸ ਸੀ ਤਿਤ ਵੇਲੇ ਕਹਿਸਨ ਪ੍ਰੇਤ, ਕੀ ਹੋਏਗਾ ਜਦੋਂ ਗੁਰੂ ਵਾਲੇ ਪਾਸੇ ਤੋਂ ਮਰੇਗਾ। ਮਹਾਰਾਜ ਕਹਿੰਦੇ ਪਕੜ ਚਲਾਇਨ ਦੂਤ ਜਮ, ਜਿਹੜੇ ਦੂਤ ਜਮ, ਜਿਹੜੇ ਵਿਕਾਰ ਆਲੇ ਦੁਆਲੇ ਤੁਰੇ ਫਿਰਦੇ ਨੇ, ਇਹ ਤੈਨੂੰ ਫੜ ਕੇ ਤੇ ਖਪਾ ਦੇਣਗੇ, ਇਹ ਤੈਨੂੰ ਮਾਰ ਦੇਣਗੇ। ਕਿਸੇ ਨਾ ਦੇਣੀ ਭੇਤ, ਕਿਸੇ ਨੂੰ ਇਸ ਗੱਲ ਦਾ ਭੇਤ ਨਹੀਂ ਉਹ ਲੱਗਣਾ। ਜਿਹੜੇ ਵਿਕਾਰ ਨੇ ਨਾ ਜੀਵਨ ਵਿੱਚ, ਕਾਮ, ਇੱਥੇ ਜਮਾਂ ਦਾ ਮਤਲਬ ਇਹ ਨਹੀਂ ਵੀ ਬੰਦਾ ਮਰਦਾ ਹੈ, ਮਰਨ ਤੋਂ ਬਾਅਦ ਜੰਮ ਆਉਂਦੇ ਨੇ, ਉਹ ਬੰਦੇ ਨੂੰ ਆਪਣੇ ਨਾਲ ਲੈ ਜਾਂਦੇ ਨੇ। ਗੁਰਮਤਿ ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ। ਸਤਿਗੁਰੂ ਨੇ ਜਿਹੜੀ ਗੱਲ ਕੀਤੀ ਹੈ ਬਾਣੀ ਦੇ ਵਿੱਚ, ਮਨੁੱਖ ਦੇ ਜੀਂਦੇ ਜੀ ਦੀ ਕੀਤੀ ਹੈ। ਮਹਾਰਾਜ ਕਹਿੰਦੇ ਨੇ ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਣੀ ਭੇਤ, ਜਦੋਂ ਜਮਾਂ ਨੇ ਆਣ ਕੇ ਤੈਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ। ਜਮਾਂ ਦਾ ਮਤਲਬ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਜਮ ਨੇ ਬੰਦੇ ਦੇ ਜੀਵਨ ਵਿੱਚ, ਇਹ ਬੰਦੇ ਦੇ ਜੀਵਨ ਨੂੰ ਪਰੇਸ਼ਾਨ ਕਰਦੇ ਨੇ। ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਣੀ ਭੇਤ, ਕਹਿੰਦੇ ਛੱਡ ਖੜੋਤੇ ਖਿਨੇ ਮਾਹੇ, ਜਿਨ ਸਿਉ ਲੱਗਾ ਹੇਤ, ਜਿਨ੍ਹਾਂ ਨਾਲ ਪਿਆਰ ਪਾ ਕੇ ਬੈਠਾ ਸੀ ਤੈਨੂੰ ਛੱਡ ਜਾਣਗੇ, ਜਿਨ੍ਹਾਂ ਨਾਲ ਪਿਆਰ ਪਾ ਕੇ ਬੈਠਾ ਸੀ ਤੈਨੂੰ ਛੱਡ ਜਾਣਗੇ। ਤੇ ਪਿਆਰ ਬੰਦੇ ਨੇ ਕਿਹਨਾਂ ਚੀਜ਼ਾਂ ਨਾਲ ਪਾਇਆ ਹੋਇਆ ਹੈ? ਕਾਮ ਨਾ, ਕ੍ਰੋਧ ਨਾ। ਜਦੋਂ ਕ੍ਰੋਧ ਜੀਵਨ ਵਿੱਚ ਆਉਂਦਾ ਹੈ ਸਦਾ ਸਾਥ ਨਿਭਦਾ ਹੈ। 1 ਮਿੰਟ ਦਾ ਗੁੱਸਾ ਸੀ ਪੂਰੀ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ ਗਿਆ। ਸਤਿਗੁਰੂ ਕਹਿੰਦੇ ਤੇਰਾ ਸਾਥ ਛੱਡ ਜਾਣਗੇ, ਨਾਲ ਨਹੀਂ ਤੁਰਨਾ ਇਹਨਾਂ ਨੇ, ਇਹ ਤੇਰਾ ਸਾਥ ਛੱਡ ਜਾਣਗੇ, ਹੰਡਣਸਾਰ ਨਹੀਂ ਹੈਗੇ। ਮਹਾਰਾਜ ਕਹਿੰਦੇ ਛੱਡ ਖੜੋਤੇ ਖਿਨੇ ਮਾਹੇ, ਜਿਨ ਸਿਉ ਲੱਗਾ ਹੇਤ, ਕਮਲਿਆ ਜਿਨ੍ਹਾਂ ਨਾਲ ਪਿਆਰ ਕਰਦਾ ਰਿਹਾ ਸੀ ਇਹ ਚੀਜ਼ਾਂ ਛੱਡ ਜਾਣਗੇ। ਅੱਗੇ ਮਹਾਰਾਜ ਕਹਿੰਦੇ ਹੱਥ ਮਰੋੜੈ ਤਨ ਕੰਪੈ ਸਿਆਹੋਂ ਹੁਆ ਸੇਤ, ਇਹ ਤੋਂ ਬਾਅਦ ਤੇਰੇ ਜੀਵਨ ਵਿੱਚ ਕੇਵਲ ਪਛਤਾਵਾ ਰਹਿ ਜਾਏਗਾ, ਤੂੰ ਹੱਥ ਮਰੋੜਨ ਜੋਗਾ ਰਹਿ ਜਾਏਗਾ। 1 ਮਿੰਟ ਦਾ ਗੁੱਸਾ ਸੀ ਪੂਰੀ ਜ਼ਿੰਦਗੀ ਤਬਾਹ ਕਰ ਗਿਆ। ਨਹੁੰ ਦਾਜ ਨਹੀਂ ਸੀ ਲੈ ਕੇ ਆਈ, ਸਾਡਾ ਮਨ ਲੋਭੀ ਸੀ, ਨੂੰਹ ਨੂੰ ਘਰੋਂ ਕੱਢ ਦਿੱਤਾ, ਨੂੰਹ ਨੂੰ ਮਾਰ ਦਿੱਤਾ। ਹੁਣ ਬੰਦਾ ਪੂਰੀ ਜ਼ਿੰਦਗੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ। ਬੰਦੇ ਦੇ ਜੀਵਨ ਦੇ ਅਖੀਰ ਦੇ ਪੱਲੇ ਵਿੱਚ ਪਛਤਾਵਾ ਹੀ ਰਹਿ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਜਿਹਾ ਬੀਜੈ ਸੋ ਲੁਣੈ ਕਰਮਾ ਸਦੜਾ ਖੇਤ, ਜਿਹੋ ਜਿਹਾ ਬੀਜ ਬੀਜੇਗਾ ਇਹੋ ਜਿਹਾ ਨਤੀਜਾ ਤੈਨੂੰ ਪ੍ਰਾਪਤ ਹੋਏਗਾ। ਇਹ ਤਾਂ ਭਾਈ ਕਰਮਾਂ ਦਾ ਖੇਤ ਹੈ। ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਪ ਨਿਤ ਦੇ ਪਾਣੀ, ਇਹ ਤੇਰੇ ਕਰਮਾਂ ਦਾ ਖੇਤ ਹੈ। ਜਿਹੋ ਜਿਹਾ ਬੀਜ ਆਪਣੇ ਜੀਵਨ ਵਿੱਚ ਬੀਜੇਗਾ ਉਹੋ ਜਿਹਾ ਹੀ ਵੱਢ ਲਏਗਾ। ਅੱਗੇ ਮਹਾਰਾਜ ਕਹਿੰਦੇ ਨੇ ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ, ਹੇ ਨਾਨਕ ਮੈਨੂੰ ਆਪਣੇ ਚਰਨਾਂ ਕਮਲਾਂ ਦਾ ਆਸਰਾ ਦੇ। ਗੁਰੂ ਜਹਾਜ਼ ਹੈ, ਇਸ ਗੁਰੂ ਜਹਾਜ਼ 'ਤੇ ਹੀ ਬੰਦਾ ਇੱਥੋਂ ਪਾਰ ਲੰਘ ਸਕਦਾ। ਅਖੀਰ 'ਤੇ ਮਹਾਰਾਜ ਕਹਿੰਦੇ ਸੇ ਭਾਦੋਂਏ ਨਰਕ ਨਾ ਪਾਈਏ, ਉਹ ਇਸ ਭਾਦੋਂ ਦੇ ਮਹੀਨੇ ਵਿੱਚ ਨਰਕਾਂ ਵਿੱਚ ਨਹੀਂ ਪੈਂਦੇ। ਗੁਰ ਰੱਖਣ ਵਾਲਾ ਹੇਤ, ਜਿਨ੍ਹਾਂ ਨੂੰ ਗੁਰੂ ਆਪ ਰੱਖ ਲੈਂਦਾ ਹੈ, ਜਿਨ੍ਹਾਂ ਨੂੰ ਗੁਰੂ ਆਪ ਬਚਾ ਲੈਂਦਾ ਹੈ। ਸਮੁੱਚੀ ਪੌੜੀ ਦਾ ਭਾਵ ਇਹ ਹੈ ਵੀ ਜੀਵ ਇਸਤਰੀਆਂ ਆਪਣੇ ਵਾਹਿਗੁਰੂ ਅਕਾਲ ਪੁਰਖ ਤੋਂ ਟੁੱਟੀਆਂ ਹੋਈਆਂ ਨੇ, ਅਤੇ ਇਹਨਾਂ ਜੀਵ ਇਸਤਰੀਆਂ ਨੇ ਵਾਹਿਗੁਰੂ ਅਕਾਲ ਪੁਰਖ ਨਾਲ ਜੁੜਨਾ ਕਿੱਦਾਂ ਹੈ, ਉਸ ਜੁੜਨ ਦੀ ਵਿਧੀ ਨੂੰ ਮਹਾਰਾਜ ਨੇ ਇਸ ਪੌੜੀ ਦੇ ਵਿੱਚ ਜਿਹੜਾ ਹੈ ਉਹ ਬਿਆਨ ਕੀਤਾ ਹੈ। ਆਪ ਸਰਬੱਤ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਨੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਵਡਿਆਈ ਗੁਰੂ ਦੀ। ਅੰਤ ਵਿੱਚ ਸਾਰੇ ਬੁਲਾਓ ਫਤਿਹ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।